सत श्री अकाल जी। आप सब जी का स्वागत है ਤੁਹਾਡੇ ਆਪਣੇ YouTube चैनल ਪੋਜ਼ਿਟਿਵ ਵਾਈ पंजाब ਦੇ ਉੱਤੇ। ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਰਾਜੇ ਐਗਰੀਕਲਚਰ ਦੀ ਨੈਕਸਟ ਵੀਡੀਓ, ਜਿਹੜੀ ਕਿ ਟੌਪਿਕ ਹੈਗਾ ਆਪਣਾ ਐਗਰੋ ਬੇਸਡ ਇੰਡਸਟਰੀਜ਼। ਕਾफ़ी ਇੰਪੋਰਟੈਂਟ ਟੌਪਿਕ ਹੈ, ਧਿਆਨ ਦੇ ਨਾਲ ਦੇਖਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਵਧੀਆ ਲੱਗੂਗੀ ਤਾਂ ਲਾਈਕ ਕਰ ਦਿਓ ਭਾਈ, ਸ਼ੇਅਰ ਕਰ ਦਿਓ, ਤੇ ਜਿਹੜੇ ਬੱਚੇ ਨਵੇਂ ਆ ਚੈਨਲ ਤੇ ਸਬਸਕ੍ਰਾइब कर लियो तो घंटी दबा लिया करो राजे, ਤਾਂ जो ਤੁਹਾਨੂੰ ਨਵੀਂ ਨੋਟੀਫਿਕੇਸ਼ਨ ਮਿਲ ਜੇ ਹਰੇਕ ਵੀਡੀਓ ਦੀ। बाकी एक गुड न्यूज़ है ਤੁਹਾਡੇ वास्ते। गुड न्यूज़ ये है कि कल तक ਤੁਹਾਨੂੰ मिल जूगी राजे ਜਿਹੜੀ ਆਪਾਂ ਟੈਸਟ सीरीज़ लॉन्च की सी कंप्यूटर ਦੀ, ਉਹਦਾ ਪੰਜਾਬੀ वर्जन ਪੰਜਾਬੀ ਦੇ ਵਿੱਚ ਰਾਜੇ ਆਲਮੋਸਟ ਤਿਆਰ है। बस 50 क्वेश्चन रह गए ਜਿਹੜੇ ਰਹਿੰਦੇ ਮੇਰੇ ਕਨਵਰਟ ਕਰਨ ਵਾਸਤੇ, ਤੇ मैं वो ਕੱਲੇ कन्वर्ट कर रहा बहुत ਵਧੀਆ ਢੰਗ ਦੇ ਨਾਲ। ਉਹ ਤੁਹਾਨੂੰ ਕੱਲ मिल जूगी। ਜਿਹੜੇ ਬੱਚਿਆਂ ਦੀ डिमांड आई सी भाई ਹੁਣ ਜਾ ਕੇ ਤੁਸੀਂ ਲੈ ਸਕਦੇ ਹੋ, ਮੈਨੂੰ WhatsApp कर लियो, ਕੱਲ ਤੁਹਾਨੂੰ मिल जूगी। ਅੱਜ ਸ਼ਾਮ ਨੂੰ मैं ਉਹਦੀ डिटेल पा दूँगा, वीडियो पा दूँगा चैनल के उपर। चलो स्टार्ट करते हैं ਆਪਾਂ ਅੱਜ ਦੀ ਵੀਡੀਓ। ਆਪਾਂ ਸਭ ਜਿਵੇਂ ਕਿ ਇੱਥੇ ਐਗਰੀਕਲਚਰ ਕਰ ਰਹੇ ਹਾਂ ਆਪਣੇ ਪਟਵਾਰੀ ਐਗਜ਼ਾਮ ਦੇ ਲਈ। ਅੱਜ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਨੈਕਸਟ ਵੀਡੀਓ, ਜਿਹੜੀ ਕਿ ਕਾफ़ी ਇੰਪੋਰਟੈਂਟ ਰਹੂਗੀ ਆਪਣੇ ਪਟਵਾਰੀ ਐਗਜ਼ਾਮ ਦੇ ਲਈ। ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਸ਼ੇਅਰ ਕਰਦਾ ਕਿ ਇਹ ਵੀਡੀਓ ਸਿਰਫ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਨਹੀਂ ਹੈ। ਇਹ ਤੁਹਾਨੂੰ ਇੱਕ ਪੋਜ਼ਿਟਿਵਿਟੀ ਦੇਊਗੀ। ਪੋਜ਼ਿਟਿਵਿਟੀ ਤਾਂ ਦੇਊਗੀ ਕਿਉਂਕਿ ਅੱਜ ਕੱਲ੍ਹ ਕੀ ਹੁੰਦਾ ਨਾ, ਆਪਾਂ ਜਿਹੜੀ ਆਪਣੀ ਜਨਰੇਸ਼ਨ ਚੱਲ ਰਹੀ ਹੈ, ਆਪਣੇ ਵਿੱਚ ਸਹਿਣਸ਼ੀਲਤਾ ਬੜੀ ਘੱਟ ਆ। ਸਹਿਣਸ਼ੀਲਤਾ ਐਵੇਂ ਆ ਕਿ ਜੇ ਮੰਨ ਲਓ ਹੁਣ ਮੈਂ ਸੋਚ ਲਿਆ ਕਿ ਮੈਂ PCS ਦਾ ਐਗਜ਼ਾਮ ਕਲੀਅਰ ਕਰਨਾ ਹੈ, ਤਾਂ ਮੇਰਾ ਮੰਨ ਲਓ 1 ਸਾਲ PCS ਨਹੀਂ ਕਲੀਅਰ ਹੋਇਆ, ਅਗਲੇ ਸਾਲ ਮੈਂ ਫਿਰ ਟਰਾਈ ਕਰਦਾ, ਮੈਂ 2-3 ਸਾਲ ਕਰਨ ਤੋਂ ਬਾਅਦ ਮੈਂ ਕੀ ਕਰ ਜਾਂਦਾ, ਅੱਕ ਜਾਂਦਾ। ਔਰ ਕਈ ਇੱਦਾਂ ਦੇ ਕੇਸ ਵੀ ਹੁੰਦੇ ਆ ਕਿ ਬੰਦੇ ਆਪਣੀ ਜ਼ਿੰਦਗੀ ਤੋਂ ਅੱਕ ਜਾਂਦੇ ਆ, ਕਹਿੰਦੇ ਭਾਈ ਸਾਡਾ ਸਭ ਕੁਝ ਖਤਮ ਹੋ ਗਿਆ ਕਿਉਂਕਿ ਸਾਡਾ PCS ਨਹੀਂ ਕਲੀਅਰ ਹੋਇਆ। ਤਾਂ ਕਈ ਤਾਂ ਇੱਦਾਂ ਦੇ ਕੇਸ ਵੀ ਆਉਂਦੇ ਆ ਕਿ ਸੁਸਾਈਡ ਕਰ ਲੈਂਦੇ ਆ, ਜਿਹੜਾ ਕਿ ਬਿਲਕੁਲ ਗਲਤ ਹੈ। ਜ਼ਿੰਦਗੀ ਦੇ ਵਿੱਚ ਸਭ ਕੁਝ ਜੋਬ ਨਹੀਂ ਹੁੰਦੀ ਰਾਜੇ, ਕਿਉਂਕਿ ਜਿਹੜਾ ਪਰਮਾਤਮਾ ਹੈਗਾ ਉਸਨੇ ਬੰਦੇ ਦੇ ਆਉਣ ਤੋਂ ਪਹਿਲਾਂ, ਇਸ ਧਰਤੀ 'ਤੇ ਜਨਮ ਲੈਣ ਤੋਂ ਪਹਿਲਾਂ ਹੀ ਉਹਦਾ ਜਿਹੜਾ ਰਿਜ਼ਕ ਹੁੰਦਾ, ਜਿਹਨੂੰ ਆਪਾਂ ਰੋਟੀ ਕਹਿ ਦਿੰਦੇ ਹਾਂ, ਆਪਣਾ ਜਿਹੜਾ ਆਪਣਾ ਸਮਝ ਲਓ ਧੰਦਾ ਕਹਿ ਦਿੰਦੇ ਹਾਂ, ਰੋਜ਼ਗਾਰ ਕਹਿ ਦਿੰਦੇ ਹਾਂ, ਉਹ ਪਹਿਲਾਂ ਹੀ ਬਣਾਇਆ ਹੁੰਦਾ। ਠੀਕ ਆ, ਹੁਣ ਮੰਨ ਲਓ ਇੱਕ ਬੱਚਾ ਇੱਕ ਜਨਮ ਲੈਂਦਾ, ਜਨਮ ਲੈਣ ਤੋਂ ਪਹਿਲਾਂ ਹੀ ਉਹਦੀ ਮਾਂ ਕੋਲ ਉਹਦੀ ਫੀਡ ਆ ਜਾਂਦੀ ਹੈ। ਤਾਂ ਰਾਈਟ ਹੈ, ਕਿਉਂਕਿ ਜਿਹੜਾ ਪਰਮਾਤਮਾ ਹੈਗਾ ਰਾਜੇ, ਉਹ ਆਪਣਾ ਪਿਤਾ ਵੀ, ਆਪਣਾ ਮਾਤਾ ਵੀ ਹੈ, ਸਭ ਕੁਝ ਪਾਲਣ ਵਾਲਾ ਉਹੀ ਹੈ ਆਪਾਂ ਨੂੰ। ਤਾਂ ਉਹਨੇ ਹਰ ਇੱਕ ਬੰਦੇ ਵਾਸਤੇ ਕੁਛ ਨਾ ਕੁਛ ਜੁਗਾੜ ਕਰਕੇ ਰੱਖਿਆ ਹੋਇਆ ਉਹਦੀ ਜ਼ਿੰਦਗੀ ਦੀ ਗੁਜ਼ਰ ਬਸਰ ਵਾਸਤੇ। ਇਸ ਕਰਕੇ ਡੀਮੋਟੀਵੇਟ ਨਾ ਹੋਇਆ ਕਰੋ, ਟਰਾਈ ਕਰਨਾ ਆਪਣਾ ਫਰਜ਼ ਹੈ, ਫਲ ਦੇਣਾ ਸਿਰਫ ਉਹਦੇ ਹੱਥ ਦੇ ਵਿੱਚ ਹੈ। ਤਾਂ ਰਾਈਟ ਹੈ, ਅੱਜ ਤੁਹਾਨੂੰ ਮੈਂ ਦੱਸਦਾ ਵੀ ਜੇ ਮੰਨ ਲਓ ਆਪਾਂ ਗੌਰਮੈਂਟ ਜੋਬ ਆਪਣੇ ਤੋਂ ਨਹੀਂ ਲੱਗਦੀ ਤਾਂ ਆਪਾਂ ਨੂੰ ਦੇਖੋ ਨੈਗੇਟਿਵ ਜਾਣ ਦੀ ਜ਼ਰੂਰਤ ਨਹੀਂ ਹੈ। ਬਥੇਰੇ ਇੱਦਾਂ ਦੇ ਕੰਮ ਹੁੰਦੇ ਆ ਜਿਹਦੇ ਵਿੱਚ ਆਪਾਂ ਗੌਰਮੈਂਟ ਜੋਬ ਦੇ ਨਾਲੋਂ ਜ਼ਿਆਦਾ ਅਰਨਿੰਗ ਕਰ ਸਕਦੇ ਹਾਂ ਬਹੁਤ ਵਧੀਆ ਢੰਗ ਦੇ ਨਾਲ। ਕਿਉਂਕਿ ਜਿਹੜੀ ਅੱਜ ਦੀ ਖੇਤੀਬਾੜੀ ਹੈਗੀ ਆ ਉਹ ਸਿਰਫ ਇਹ ਨਹੀਂ ਕਿ ਸਿਰਫ ਅਨਪੜ੍ਹ ਲੋਕਾਂ ਦੀ ਖੇਤੀਬਾੜੀ ਹੈ ਜਾਂ ਜੱਦੀ ਪੁਸ਼ਤੀ ਖੇਤੀਬਾੜੀ ਹੈ, ਪੜ੍ਹੇ ਲਿਖੀ ਖੇਤੀਬਾੜੀ ਵੀ ਕਰਦੇ ਨੇ। ਕਿਉਂਕਿ ਅੱਜ ਕੱਲ੍ਹ ਦੀ ਖੇਤੀਬਾੜੀ ਦੀ ਤਕਨੀਕ ਵੀ ਕਾफ़ੀ ਚੇਂਜ ਹੋ ਗਈ ਹੈ, ਨਵੀਆਂ ਟੈਕਨੋਲੋਜੀਜ਼ ਆ ਗਈਆਂ ਨੇ, ਨਵੇਂ ਬੀਜ ਆ ਗਏ ਨੇ, ਨਵੇਂ ਢੰਗ ਆ ਗਏ ਨੇ। ਆਪਾਂ ਸਭ ਕੁਝ ਦੇਖਾਂਗੇ ਅੱਜ ਦੀ ਵੀਡੀਓ ਦੇ ਵਿੱਚ, ਕਿਵੇਂ ਆਪਾਂ ਨਵੀਂ ਠੀਕ ਹੈ ਆਪਾਂ ਮਤਲਬ ਕਿ ਇੰਪਲੋਏ ਪੈਦਾ ਕਰ ਸਕਦੇ ਹਾਂ, ਇੰਪਲੋਇਮੈਂਟ ਪੈਦਾ ਕਰ ਸਕਦੇ ਹਾਂ, ਹੈ ਨਾ, ਆਪਾਂ ਬੇਰੁਜ਼ਗਾਰੀ ਨੂੰ ਕਿਵੇਂ ਖ਼ਤਮ ਕਰ ਸਕਦੇ ਹਾਂ। ਤਾਂ ਚਲੋ ਸਟਾਰਟ ਕਰਦੇ ਹਾਂ। ਦੇਖੋ ਪਹਿਲਾਂ ਮੈਂ ਤੁਹਾਨੂੰ ਇੱਕ ਕੁਐਸਚਨ ਆਇਆ ਹੋਇਆ, ਇਹ ਕੁਐਸਚਨ ਤੁਹਾਨੂੰ ਜਦੋਂ ਤੁਸੀਂ ਵੀਡੀਓ ਪੜ੍ਹ ਲਓਗੇ, ਕਰ ਲਓਗੇ, ਇੱਕ ਵਾਰ ਦੇਖ ਲਓਗੇ, ਤੁਹਾਨੂੰ ਕਲੀਅਰ ਹੋ ਜਾਊਗਾ। ਕਹਿੰਦਾ ਚੇਂਜ ਆਫ ਦਾ ਰॉ ਮਟੀਰੀਅਲ ਇਨਟੂ ਦਾ ਪ੍ਰੋਡਕਟਸ ਆਫ ਮੋਰ ਵੈਲਿਊ ਟੂ ਦਾ ਪੀਪਲ। ਮੰਨ ਲਓ ਕੋਈ ਰॉ ਮਟੀਰੀਅਲ ਹੈ, ਆਪਾਂ ਉਹਨੂੰ ਕਨਵਰਟ ਕਰ ਲੈਂਦੇ ਹਾਂ ਕਿਸੇ ਪ੍ਰੋਡਕਟ ਦੇ ਵਿੱਚ। ਕਨਵਰਟ ਕਿਉਂ ਕਰਦੇ ਹਾਂ? ਕਿ ਆਪਾਂ ਉਹਦਾ ਹੋਰ ਵਧੀਆ ਤਰੀਕੇ ਨਾਲ ਯੂਜ਼ ਕਰ ਸਕੀਏ, ਉਹਦੇ ਜ਼ਿਆਦਾ ਮੁੱਲ ਮਿਲ ਸਕੇ ਆਪਾਂ ਨੂੰ। ਤਾਂ ਕਹਿੰਦਾ ਉਹਨੂੰ ਕੀ ਕਹਿੰਦੇ ਨੇ, ਤਾਂ ਤੁਹਾਨੂੰ ਮੈਂ ਦੱਸ ਚੁੱਕਿਆ, ਦੇਖੋ ਹਾਈਲਾਈਟ ਕੀਤਾ ਹੋਇਆ ਮੈਂ ਆਨਸਰ, ਤਾਂ ਉਹਨੂੰ ਮੈਨੂਫੈਕਚਰਿੰਗ ਕਹਿੰਦੇ ਨੇ। ਤਾਂ ਅੱਜ ਦਾ ਜਿਹੜਾ ਟੌਪਿਕ ਹੈਗਾ ਰਾਜੇ ਇਸ ਚੀਜ਼ 'ਤੇ ਬੇਸਡ ਹੈ, ਜਿਹਨੂੰ ਆਪਾਂ ਕਹਿ ਦਾਂਗੇ ਐਗਰੋ ਬੇਸਡ ਇੰਡਸਟਰੀਜ਼। ਉਹ ਸਾਰੀਆਂ ਇੰਡਸਟਰੀਜ਼ ਪੜ੍ਹਨੀਆਂ ਜਿਹੜੀਆਂ ਕਿ ਐਗਰੀਕਲਚਰ ਦੇ ਉੱਪਰ ਡਿਪੈਂਡੈਂਟ ਹੈ, ਕਿਸੇ ਨਾ ਕਿਸੇ ਢੰਗ ਦੇ ਨਾਲ, ਸਿੱਧੇ ਤਰੀਕੇ ਨਾਲ ਵੀ ਡਿਪੈਂਡੈਂਟ ਹੋ ਸਕਦੀਆਂ ਨੇ, ਅਸਿੱਧੇ ਤਰੀਕੇ ਦੇ ਨਾਲ ਵੀ ਹੋ ਸਕਦੀਆਂ ਨੇ। ਤਾਂ ਸਟਾਰਟ ਕਰਦੇ ਹਾਂ ਰਾਜੇ। ਅੱਜ ਦਾ ਟੌਪਿਕ ਬਹੁਤ ਵਧੀਆ ਰਹਿਣ ਵਾਲਾ ਹੈ ਅਤੇ ਬਹੁਤ ਹੀ ਇੰਪੋਰਟੈਂਟ ਹੈ। ਹੁਣ ਗੱਲ ਕਰਦੇ ਹਾਂ ਐਗਰੋ ਬੇਸਡ ਇੰਡਸਟਰੀਜ਼। ਨਾਮ ਤੋਂ ਹੀ ਕਲੀਅਰ ਹੈ ਰਾਜੇ, ਐਗਰੋ ਦਾ ਮਤਲਬ ਕੀ ਹੈ, ਐਗਰੀਕਲਚਰ ਦੇ ਬੇਸ, ਮਤਲਬ ਕਿ ਐਗਰੀਕਲਚਰ ਦੇ ਉੱਪਰ ਜਿਹੜੀਆਂ ਵੀ ਇੰਡਸਟਰੀਜ਼ ਡਿਪੈਂਡੈਂਟ ਨੇ ਉਹਨਾਂ ਨੂੰ ਕਹਿ ਦਿੰਦੇ ਆ ਐਗਰੋ ਬੇਸਡ ਇੰਡਸਟਰੀਜ਼। ਹੁਣ ਜਿੰਨੀਆਂ ਵੀ ਇਹ ਇੰਡਸਟਰੀਜ਼ ਹੈਗੀਆਂ ਨੇ ਰਾਜੇ, ਇਹ ਆਪਣਾ ਰॉ ਮਟੀਰੀਅਲ ਕਿੱਥੋਂ ਲੈਂਦੀਆਂ ਨੇ? ਐਗਰੀਕਲਚਰ ਪ੍ਰੋਡਕਟ ਤੋਂ ਲੈਂਦੀਆਂ ਨੇ।
ਹੁਣ ਮੰਨ ਲਓ ਤੁਸੀਂ ਸ਼ੂਗਰ ਬਣਨੀ ਆ, ਠੀਕ ਹੈ, ਖੰਡ ਬਣ ਕੇ ਤਿਆਰ ਹੁੰਦੀ ਹੈ। ਤਾਂ ਸ਼ੂਗਰ ਨੂੰ ਬਣਾਉਣ ਵਾਸਤੇ ਕੱਚਾ ਮਾਲ ਕੀ ਚਾਹੀਦਾ ਆਪਾਂ ਨੂੰ? ਸ਼ੂਗਰ ਕੇਨ ਚਾਹੀਦਾ। ਤਾਂ ਸ਼ੂਗਰ ਕੇਨ ਤੋਂ ਵਿਦਾਊਟ ਆਪਾਂ ਸ਼ੂਗਰ ਕ੍ਰੀਏਟ ਕਰ ਸਕਦੇ ਹਾਂ? ਨਹੀਂ ਕਰ ਸਕਦੇ, ਨਹੀਂ ਬਣਾ ਸਕਦੇ। ਤਾਂ ਸਾਰੀਆਂ ਜਿਹੜੀਆਂ ਜਿਵੇਂ ਖੰਡ ਮਿੱਲਾਂ ਹੋ ਗਈਆਂ, ਗੰਨਾ ਮਿੱਲਾਂ ਹੋ ਗਈਆਂ, ਕਿੱਥੇ ਡਿਪੈਂਡੈਂਟ ਨੇ? ਐਗਰੋ ਦੇ ਉੱਪਰ ਡਿਪੈਂਡੈਂਟ ਨੇ, ਐਗਰੀਕਲਚਰ ਦੇ ਉੱਪਰ ਡਿਪੈਂਡੈਂਟ ਨੇ। ਇਹ ਸਾਰੀਆਂ ਕਿਹਦੇ ਕੈਟੇਗਰੀ 'ਚ ਆ ਜਾਂਦੀਆਂ ਨੇ? ਆਪਣੀਆਂ ਐਗਰੋ ਬੇਸਡ ਇੰਡਸਟਰੀ ਦੀ ਕੈਟੇਗਰੀ 'ਚ ਆ ਜਾਂਦੀਆਂ। ਜਾਂ ਮੰਨ ਲਓ ਫਿਰ ਕੋਈ ਕੱਪੜਾ ਬਣਦਾ ਜਿਹਨੂੰ ਆਪਾਂ ਕੱਪੜਾ ਉਦਯੋਗ ਕਹਿ ਦਿੰਦੇ ਆ, ਉਹ ਸਾਰਾ ਆਪਣੇ ਕਾਟਨ 'ਤੇ ਡਿਪੈਂਡੈਂਟ ਹੈ। ਜਾਂ ਫਿਰ ਆਪਾਂ ਮੰਨ ਲਓ ਕੋਈ ਕਾਗਜ਼ ਉਦਯੋਗ ਹੋ ਗਿਆ, ਉਹ ਵੀ ਐਗਰੋ ਦੇ ਉੱਪਰ ਡਿਪੈਂਡੈਂਟ ਹੈ। ਮਤਲਬ ਕਿ ਕੋਈ ਆਪਾਂ ਖਾਣ ਪੀਣ ਵਾਲੀਆਂ ਵਸਤੂਆਂ ਬਣਾਉਣੇ ਆ, ਠੀਕ ਹੈ, ਪੈਕਿੰਗ ਕਰਕੇ ਰੱਖ ਲੈਂਦੇ ਆ, ਉਹ ਸਾਰਾ ਕਿਹਦੇ ਉੱਪਰ ਬੇਸਡ ਹੈ? ਐਗਰੋ ਦੇ ਉੱਪਰ ਬੇਸਡ ਹੈ। ਤਾਂ ਚਲੋ ਸਟਾਰਟ ਕਰਦੇ ਹਾਂ। ਆਈ ਹੋਪ ਤੁਹਾਨੂੰ ਮੀਨਿੰਗ ਸਮਝ ਆ ਗਿਆ ਹੋਊਗਾ ਐਗਰੋ ਬੇਸਡ ਇੰਡਸਟਰੀਜ਼ ਹੁੰਦੀਆਂ ਕੀ ਹੈ। ਤਾਂ ਇੱਕ ਵਾਰੀ ਇਹਨੂੰ ਪੜ੍ਹ ਲੈਣਾ, ਮੈਂ ਇੰਗਲਿਸ਼ ਦੇ ਵਿੱਚ ਵੀ ਲਿਖਿਆ ਹੋਇਆ, ਪੰਜਾਬੀ ਦੇ ਵਿੱਚ ਵੀ ਲਿਖਿਆ ਹੋਇਆ। ਕਹਿੰਦਾ ਐਗਰੋ ਬੇਸਡ ਇੰਡਸਟਰੀਜ਼ ਆਰ ਇੰਡਸਟਰੀਜ਼ ਵਿਚ ਯੂਜ਼ ਐਗਰੀਕਲਚਰ ਪ੍ਰੋਡਕਟ ਐਜ਼ ਏ ਰॉ ਮਟੀਰੀਅਲ। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਵੀ ਇਹ ਸਾਰੀਆਂ ਡਿਪੈਂਡੈਂਟ ਹੀ ਐਗਰੀਕਲਚਰ ਦੇ ਉੱਪਰ ਹੋਣਗੀਆਂ। ਤਾਂ ਇਹ ਆਪਣਾ ਜਿੰਨਾ ਵੀ ਰॉ ਮਟੀਰੀਅਲ ਹੈ ਕਿੱਥੋਂ ਲੈਣਗੀਆਂ? ਐਗਰੀਕਲਚਰ ਤੋਂ ਲੈਣਗੀਆਂ। ਜਿਵੇਂ ਮੰਨ ਲਓ ਕੋਈ ਕਾਟਨ ਹੋ ਗਿਆ, ਕਾਟਨ ਟੈਕਸਟਾਈਲ ਹੋ ਗਈ, ਕੋਈ ਸਿਲਕ ਦੀ ਹੋ ਗਈ, ਕੋਈ ਜੂਟ ਇੰਡਸਟਰੀਜ਼ ਹੋ ਗਈ, ਠੀਕ ਹੈ। ਇਹ ਸਾਰੀਆਂ ਕਿਹਦੇ ਡਿਪੈਂਡੈਂਟ ਨੇ ਰਾਜੇ? ਐਗਰੀਕਲਚਰ ਦੇ ਉੱਪਰ ਡਿਪੈਂਡੈਂਟ ਨੇ। ਅੱਛਾ, ਉਸ ਤੋਂ ਬਾਅਦ ਜਿਹੜਾ ਮੇਨ ਚੀਜ਼ ਹੈ, ਕਹਿੰਦਾ ਜਿਹੜੀਆਂ ਐਗਰੋ ਬੇਸਡ ਇੰਡਸਟਰੀਜ਼ ਹੈਗੀਆਂ ਨੇ ਇਹ ਡਿਪੈਂਡੈਂਟ ਤਾਂ ਹੈਗੀਆਂ ਨੇ ਐਗਰੀਕਲਚਰ ਦੇ ਉੱਪਰ, ਨਾਲ ਦੀ ਨਾਲ ਕੀ ਕਰਦੀਆਂ ਨੇ ਰਾਜੇ? ਇਹ ਰॉ ਮਟੀਰੀਅਲ ਵੀ ਲੈਂਦੀਆਂ ਨੇ ਤੇ ਅਦਰ ਬੇਸਿਕ ਇਨਪੁਟ ਵੀ ਲੈਂਦੀਆਂ ਨੇ। ਕਿਤੋਂ? ਐਗਰੀਕਲਚਰ ਤੋਂ। ਇਹ ਲਾਈਨ ਕਾਫੀ ਇੰਪੋਰਟੈਂਟ ਹੈ ਕਿਉਂਕਿ ਇਸ ਲਾਈਨ ਦੇ ਉੱਪਰੋਂ ਹੀ ਕੁਐਸਚਨ ਕ੍ਰੀਏਟ ਹੁੰਦਾ ਵੀ ਜਿਹੜੀ ਐਗਰੋ ਬੇਸਡ ਇੰਡਸਟਰੀਜ਼ ਹੈਗੀਆਂ ਨੇ ਉਹ ਕਿਸ ਤਰੀਕੇ ਨਾਲ ਡਿਪੈਂਡੈਂਟ ਨੇ ਐਗਰੀਕਲਚਰ ਦੇ ਉੱਪਰ? ਇੱਕ ਤਾਂ ਰॉ ਮਟੀਰੀਅਲ ਦੇ ਉੱਪਰ ਡਿਪੈਂਡੈਂਟ ਨੇ, ਦੂਸਰਾ ਜਿੰਨੀਆਂ ਵੀ ਬੇਸਿਕ ਇਨਪੁਟਸ ਹੋ ਗਈਆਂ ਉਹ ਵੀ ਕਿੱਥੋਂ ਲੈਣਗੀਆਂ? ਐਗਰੀਕਲਚਰ ਤੋਂ ਲੈਣਗੀਆਂ। ਤਾਂ ਰਾਈਟ ਹੈ। ਹੁਣ ਇਹਦੇ ਵਿੱਚ ਆ ਕਿਹੜੀਆਂ ਇੰਡਸਟਰੀਜ਼ ਜਾਂਦੀਆਂ ਨੇ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਜਿਵੇਂ ਟੈਕਸਟਾਈਲ ਆ ਗਿਆ, ਤੁਹਾਡਾ ਸ਼ੂਗਰ ਆ ਗਿਆ, ਕੱਪੜਾ ਉਦਯੋਗ ਆ ਗਿਆ, ਪੇਪਰ ਉਦਯੋਗ ਆ ਗਿਆ, ਵੈਜੀਟੇਬਲ ਹੋ ਗਿਆ, ਜਿਵੇਂ ਕੋਈ ਆਪਾਂ ਦਾਲਾਂ ਵਗੈਰਾ ਉਹਨੂੰ ਪ੍ਰੋਸੈਸਿੰਗ ਕਰਨ ਤੋਂ ਬਾਅਦ ਆਪਾਂ ਸਟੋਰ ਕਰਕੇ ਰੱਖ ਲੈਂਦੇ ਹਾਂ, ਠੀਕ ਹੈ। ਇਹ ਸਾਰੇ ਕਿਹਦੇ ਅੰਡਰ ਆ ਜਾਂਦੀਆਂ ਨੇ? ਆਪਣੀਆਂ ਐਗਰੋ ਬੇਸਡ ਇੰਡਸਟਰੀ ਦੇ ਅੰਡਰ ਆ ਜਾਂਦੀਆਂ ਨੇ। ਹੁਣ ਉਸ ਤੋਂ ਬਾਅਦ ਆਪਾਂ ਪੜਾਂਗੇ ਵੈਸੇ ਟੈਕਸਟਾਈਲ ਜਿਹੜੀ ਇੰਡਸਟਰੀ ਹੈਗੀ ਹੈ ਰਾਜੇ ਉਹ ਸਭ ਤੋਂ ਲਾਰਜੈਸਟ ਇੰਡਸਟਰੀ ਹੈ ਆਪਣੇ, ਠੀਕ ਹੈ, ਇੰਡੀਆ ਦੇ ਵਿੱਚ। ਇਸ ਤੋਂ ਇਲਾਵਾ ਹੁਣ ਇਹਦੇ ਵਿੱਚ ਜਿਵੇਂ ਕਾਟਨ ਹੋ ਗਈ, ਵੂਲਨ ਹੋ ਗਈ, ਠੀਕ ਹੈ, ਸਿਲਕ ਹੋ ਗਈ, ਜੂਟ ਹੋ ਗਈ, ਇਹ ਸਾਰੀਆਂ ਟੈਕਸਟਾਈਲ ਦੇ ਅੰਡਰ ਆਉਂਦੀਆਂ ਨੇ, ਠੀਕ ਹੈ। ਤਾਂ ਇਹਨੂੰ ਆਪਾਂ ਪੜਾਂਗੇ ਅੱਜ। ਹੁਣ ਕੁਐਸਚਨ ਦੇਖੋ, ਆਹ ਕੁਐਸਚਨ ਵੀ ਪੁੱਛਿਆ ਗਿਆ ਕਿਤੇ ਨਾ ਕਿਤੇ। ਕਹਿੰਦਾ ਐਗਰੋ ਇੰਡਸਟਰੀਜ਼ ਕੈਨ ਡਿਪੈਂਡਸ ਅਪਨ। ਤਾਂ ਕਿਤੇ ਡਿਪੈਂਡਸ ਕਰਦੀਆਂ ਨੇ? ਰॉ ਮਟੀਰੀਅਲ ਤੇ ਤਾਂ ਕਰਦੀਆਂ ਹੀ ਕਰਦੀਆਂ ਨੇ, ਨਾਲ ਕਿਤੇ ਹੋਰ ਡਿਪੈਂਡ ਕਰਦੀਆਂ ਨੇ, ਅਦਰ ਬੇਸਿਕ ਇਨਪੁਟ ਤੇ ਵੀ ਡਿਪੈਂਡ ਕਰਦੀਆਂ ਨੇ। ਤਾਂ ਰਾਈਟ ਆਨਸਰ ਕੀ ਹੋ ਜਾਊਗਾ ਰਾਜੇ ਦਾ? ਸੀ ਹੋ ਜਾਊਗਾ, ਬੋਥ ਏ ਐਂਡ ਬੀ। ਕਈ ਵਾਰ ਕੀ ਹੁੰਦਾ ਕਿ ਆਪਣੇ ਧਿਆਨ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਆਪਾਂ ਥਿਊਰੀ ਨਹੀਂ ਪੜ੍ਹਦੇ, ਆਪਾਂ ਡਾਇਰੈਕਟ MCQ ਪੜ੍ਹ ਲੈਂਦੇ ਹਾਂ, ਕੱਲਾ ਰॉ ਮਟੀਰੀਅਲ ਲਿਖ ਕੇ ਆ ਜਾਂਦੇ ਹਾਂ। ਪਰ ਰॉ ਮਟੀਰੀਅਲ ਦੇ ਨਾਲ ਇਹ ਵੀ ਯਾਦ ਰੱਖਣਾ ਕਿ ਹੋਰ ਜਿੰਨੀਆਂ ਵੀ ਇਨਪੁਟਸ ਹੋਣਗੀਆਂ ਬੇਸਿਕ ਜਿਹੜੀਆਂ ਉਹਨਾਂ ਨੂੰ ਨੀਡ ਹੋਊਗੀ, ਜਿਸ ਚੀਜ਼ ਦੀ ਜ਼ਰੂਰਤ ਹੋਊਗੀ, ਉਹ ਵੀ ਕਿੱਥੇ ਡਿਪੈਂਡੈਂਟ ਹੋਣਗੀਆਂ? ਐਗਰੀਕਲਚਰ ਦੇ ਉੱਪਰ ਡਿਪੈਂਡੈਂਟ ਹੋਣਗੀਆਂ। ਤਾਂ ਰਾਈਟ ਆਨਸਰ ਕੀ ਹੋ ਗਿਆ ਤੁਹਾਡਾ? ਸੀ ਹੋ ਗਿਆ। ਹੁਣ ਆਪਾਂ ਥੋੜਾ ਜਿਹਾ ਇਹਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਕਿਉਂਕਿ ਡਿਟੇਲ ਦੇ ਵਿੱਚ ਜਦੋਂ ਪੜਾਂਗੇ ਆਪਾਂ ਨੂੰ ਪਤਾ ਲੱਗ ਜੂਗਾ, ਸਮਝ ਆ ਜੂਗੀ ਐਕਚੁਅਲ ਦੇ ਵਿੱਚ ਇਹ ਟੌਪਿਕ ਹੈ ਕੀ ਹੈ ਤੇ ਕਿਵੇਂ ਇਹ ਆਪਾਂ ਨੂੰ ਕੀ ਹੈ ਹੈਲਪਫੁਲ ਐਗਜ਼ਾਮ ਵਾਸਤੇ ਤੇ ਨਾਲ ਆਪਣੀ ਲਾਈਫ ਵਾਸਤੇ। ਹੁਣ ਗੱਲ ਕਰਦੇ ਹਾਂ, ਇਹ ਕਹਿੰਦਾ ਵੀ ਜਿਵੇਂ ਨੌਕਰੀਆਂ ਹੋ ਗਈਆਂ, ਕਹਿੰਦਾ ਅੱਜ ਕੱਲ੍ਹ ਬੜੀਆਂ ਸੀਮਤ ਨੇ। ਤੁਹਾਨੂੰ ਸਭ ਨੂੰ ਪਤਾ ਹੈ ਕਿ ਅੱਜ ਕੱਲ੍ਹ ਨੌਕਰੀਆਂ ਤਾਂ ਮਿਲਦੀਆਂ ਨਹੀਂ ਗੀਆਂ, ਬੇਰੁਜ਼ਗਾਰੀ ਦਿਨ ਬ ਦਿਨ ਵੱਧ ਰਹੀ ਹੈ। ਉਹ ਵਧਣ ਦਾ ਕਾਰਨ ਇਹੀ ਹੈ ਕਿ ਆਪਣਾ ਜਦੋਂ ਮੰਨ ਲਓ ਕਿ ਆਪਾਂ ਪੜ੍ਹ ਲਿਖ ਜ਼ਿਆਦਾ ਜਾ ਰਹੇ ਹਾਂ, ਨੌਜਵਾਨ ਜ਼ਿਆਦਾ ਪੜ੍ਹੀ ਲਿਖੀ ਜਾ ਰਹੇ ਆ, ਪਰ ਜਿਹੜੀਆਂ ਨੌਕਰੀਆਂ ਨਿਕਲ ਰਹੀਆਂ, ਰਿਕਰੂਟਮੈਂਟ ਬਹੁਤ ਘੱਟ ਨਿਕਲ ਰਹੀਆਂ। ਤਾਂ ਇਸ ਕਰਕੇ ਕੀ ਹੋ ਗਿਆ? ਬੇਰੁਜ਼ਗਾਰੀ ਦੀ ਦਰ ਕੀ ਹੈ? ਦਿਨ ਬ ਦਿਨ ਵੱਧਦੀ ਜਾ ਰਹੀ ਹੈ। ਤਾਂ ਲਿਖਿਆ ਹੋਇਆ ਕਹਿੰਦਾ ਸਭ ਤੋਂ ਸੁਖਾਲਾ ਹੱਲ ਕੀ ਹੈ? ਕਹਿੰਦਾ ਹਰ ਵਿਦਿਆਰਥੀ ਕਹਿੰਦਾ ਪੜ੍ਹਾਈ ਦੇ ਨਾਲ ਨਾਲ ਕਿਸੇ ਵੀ ਉਦਯੋਗਿਕ ਧੰਦੇ ਸੰਬੰਧੀ ਅਜਿਹੀ ਸਮਰੱਥਾ ਵਿਕਸਿਤ ਕਰੇ ਤਾਂ ਜੋ ਉਹਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਿਸੇ ਰੋਜ਼ਗਾਰ ਦੀ ਭਾਲ ਨਾ ਕਰਨੀ ਪਵੇ। ਤਾਂ ਹੁਣ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਚਲੋ ਵੀ ਆਪਾਂ ਇੱਕ ਟਰਾਈ ਕਰਨਾ ਆਪਣਾ ਫਰਜ਼ ਹੈ। ਦੇਖੋ ਕਹਿੰਦੇ ਕੋਸ਼ਿਸ਼ ਕਰਨਾ ਆਪਣਾ ਫਰਜ਼ ਹੁੰਦਾ, ਫਲ ਦੇਣਾ ਤਾਂ ਪਰਮਾਤਮਾ ਦੇ ਹੱਥ ਦੇ ਵਿੱਚ ਹੈ। ਹੁਣ ਮੰਨ ਲਓ ਜੇ ਜਦੋਂ ਆਪਾਂ ਮੰਨ ਲਓ ਆਪਣੀ ਸਟੱਡੀ ਖਤਮ ਕਰ ਲਈ ਹੈ, ਆਪਾਂ ਇਹ ਨਹੀਂ ਕਿ ਆਪਾਂ ਸਿਰਫ ਡਿਪੈਂਡੈਂਟ ਹੋ ਗਏ ਵੀ ਆਪਾਂ ਤਾਂ ਗੌਰਮੈਂਟ ਜੋਬ ਲੈਣੀ ਹੈ, ਆਪਾਂ 7 ਸਾਲ 8 ਸਾਲ ਬੈਠੇ ਰਹੀਏ ਘਰੇ। ਨਹੀਂ, ਆਪਾਂ ਨਾਲ ਦੀ ਨਾਲ ਕੋਈ ਛੋਟਾ ਮੋਟਾ ਇੱਦਾਂ ਦਾ ਉਦਯੋਗਿਕ ਧੰਦਾ ਕਰ ਸਕਦੇ ਹਾਂ, ਇੰਡਸਟਰੀ ਲੈਵਲ 'ਤੇ ਕੋਈ ਇੱਦਾਂ ਦਾ ਛੋਟਾ ਕੰਮ ਕਰ ਸਕਦੇ ਹਾਂ ਜਿਹੜਾ ਕਿ ਆਪਾਂ ਨੂੰ ਹੈਲਪਫੁਲ ਹੋਵੇ, ਜਿੱਥੋਂ ਆਪਾਂ ਨੂੰ ਕੀ ਹੋ ਜਾਵੇ? ਆਮਦਨ ਹੋ ਸਕੇ। ਤਾਂ ਅੱਜ ਦਾ ਟੌਪਿਕ ਦੇ ਵਿੱਚ ਆਪਾਂ ਪੜਾਂਗੇ ਵੀ ਕਿਹੜੇ ਕਿਹੜੇ ਛੋਟੇ ਲਘੂ ਉਦਯੋਗ ਨੇ ਜਿਹੜੇ ਕਿ ਆਪਣੇ ਵਾਸਤੇ ਬੈਨੀਫਿਸ਼ੀਅਲ ਨੇ, ਹੈਲਪਫੁਲ ਨੇ ਤੇ ਜਿਨ੍ਹਾਂ ਤੋਂ ਆਪਾਂ ਥੋੜਾ ਪੈਸਾ ਲਗਾ ਕੇ ਵਧੀਆ ਕੀ ਕਰ ਸਕਦੇ ਹਾਂ? ਆਮਦਨ ਲੈ ਸਕਦੇ ਹਾਂ। ਕਹਿੰਦਾ ਵੀ ਜਿਹੜਾ ਖੇਤੀਬਾੜੀ ਕਹਿੰਦਾ ਵਿਸ਼ੇ ਅਧੀਨ ਕਹਿੰਦਾ ਖੇਤੀਬਾੜੀ ਸੰਬੰਧੀ ਆਮ ਗਿਆਨ ਦੇ ਨਾਲ ਨਾਲ ਖੇਤੀਬਾੜੀ ਆਧਾਰਿਤ
ਉਦਯੋਗਿਕ ਧੰਦਿਆਂ ਬਾਰੇ ਤਕਨੀਕੀ ਗਿਆਨ ਦੇਣ ਦੇ ਨਾਲ ਉਸ ਨੂੰ ਸ਼ੁਰੂ ਕਰਨ ਲਈ ਸਰਕਾਰ ਅਤੇ ਹੋਰ ਅਦਾਰਿਆਂ ਵੱਲੋਂ ਵਿੱਤੀ ਸਹਾਇਤਾ ਦੇਣ ਸੰਬੰਧੀ ਪ੍ਰਾਪਤ ਸਹੂਲਤਾਂ ਬਾਰੇ ਵੀ ਦੱਸਿਆ ਗਿਆ ਹੈ। ਤਾਂ ਤੁਹਾਨੂੰ ਮੈਂ ਇੱਕ ਵਾਰੀ ਮੋਟਾ ਦੱਸ ਦਿੰਦਾ, ਤੁਸੀਂ ਖੁਦ ਲਿਓ। ਹੁਣ ਜਿਵੇਂ ਕੀ ਹੁੰਦਾ ਰਾਜੇ, ਸਰਕਾਰ ਸਕੀਮਾਂ ਕੱਢਦੀ ਰਹਿੰਦੀ ਆ। ਸਕੀਮਾਂ ਇਸ ਕਰਕੇ ਕੱਢਦੀ ਆ ਵੀ ਜਿਹੜੇ ਜਿਵੇਂ ਹੁਣ ਆਪਣੀ ਜਨਰੇਸ਼ਨ ਹੋ ਗਈ, ਆਪਾਂ ਐਗਰੀਕਲਚਰ ਦੇ ਨਾਲ ਟੁੱਟ ਰਹੇ ਹਾਂ, ਕਿਉਂਕਿ ਜੇ ਆਪਾਂ ਆਪਣੀ ਫਾਦਰ ਵਾਲੀ ਜਨਰੇਸ਼ਨ ਦੇਖੀਏ ਜਾਂ ਆਪਣੇ ਦਾਦੇ ਪੜਦਾਦੇ ਵਾਲੀ ਜਨਰੇਸ਼ਨ ਦੇਖੀਏ ਤਾਂ ਉਹ ਜ਼ਿਆਦਾ ਡਿਪੈਂਡੈਂਟ ਸੀਗੇ ਐਗਰੀਕਲਚਰ ਦੇ ਉੱਪਰ। ਤਾਂ ਹੁਣ ਕੀ ਆ, ਆਪਾਂ ਟੁੱਟਦੇ ਜਾ ਰਹੇ ਹਾਂ। ਤਾਂ ਸਰਕਾਰ ਕੀ ਕਰਦੀ ਹੈ, ਨਵੇਂ ਮਤਲਬ ਕਿ ਸਕੀਮਸ ਲੈ ਕੇ ਆਉਂਦੀਆਂ। ਜਿਵੇਂ ਹੁਣ ਮੰਨ ਲਓ ਕਿਸੇ ਨੇ ਮੱਛੀ ਪਾਲਣ ਦਾ ਕੰਮ ਕਰਨਾ ਹੈ, ਕਿਸੇ ਨੇ ਮਧੂਮੱਖੀ ਪਾਲਣ ਦਾ ਕੰਮ ਕਰਨਾ, ਉਹਦੇ ਉੱਪਰ ਸਬਸਿਡੀ ਮਿਲਦੀ ਹੈ। ਹੁਣ ਮੰਨ ਲਓ ਸਬਸਿਡੀ ਹੁੰਦੀ ਹੈ, ਮੰਨ ਲਓ ਸਰਕਾਰ ਆਪਾਂ ਨੂੰ ਕੀ ਕਰਦੀ ਹੈ, ਬਹੁਤ ਸਸਤੇ ਵਿਆਜਾਂ ਤੇ ਦਰ ਤੇ ਕੀ ਦਿੰਦੀ ਹੈ, ਆਪਾਂ ਨੂੰ ਕਰਜ਼ਾ ਦਿੰਦੀ ਹੈ। ਤਾਂ ਜੋ ਆਪਾਂ ਉਹਦੇ ਵਿੱਚ ਇਨਵੈਸਟ ਕਰ ਸਕੀਏ ਤੇ ਉਹ ਆਪਾਂ ਧੰਦੇ ਕੀ ਕਰ ਸਕੀਏ, ਸ਼ੁਰੂ ਕਰ ਸਕੀਏ। ਤਾਂ ਇਹ ਸਾਰਾ ਕੁਝ ਇਹ ਕਹਿ ਰਿਹਾ ਵੀ ਆਪਾਂ ਨੂੰ ਖੇਤੀਬਾੜੀ ਦੇ ਨਾਲ ਕੀ ਕਰਨਾ ਚਾਹੀਦਾ, ਆਪਾਂ ਨੂੰ ਇੱਦਾਂ ਦੇ ਜਿਹੜੇ ਛੋਟੇ ਉਦਯੋਗਿਕ ਧੰਦੇ ਹੈਗੇ ਆ, ਇਹਦੇ ਵਿੱਚ ਕੀ ਕਰਨੀ ਚਾਹੀਦੀ ਹੈ, ਇਨਵੈਸਟਮੈਂਟ ਕਰਨੀ ਚਾਹੀਦੀ ਆ। ਔਰ ਇਹ ਕੰਮ ਕਰਕੇ ਆਪਾਂ ਆਪਦੀ ਜ਼ਿੰਦਗੀ ਕੀ ਕਰ ਸਕਦੇ ਹਾਂ, ਸੁਖਾਲੀ ਬਣਾ ਸਕਦੇ ਹਾਂ। ਤੇ ਨਾਲ ਦੀ ਨਾਲ ਆਪਾਂ ਕੀ ਕਰ ਸਕਦੇ ਹਾਂ, ਸਮਾਜ ਦੇ ਵਿੱਚੋਂ ਬੇਰੁਜ਼ਗਾਰੀ ਨੂੰ ਖਤਮ ਕਰ ਸਕਦੇ ਹਾਂ। ਹੁਣ ਮੰਨ ਲਓ ਆਪਾਂ ਛੋਟੀ ਜਿਹੀ ਇੰਡਸਟਰੀ ਲਗਾਈ, ਉਹਦੇ ਵਿੱਚ ਆਪਾਂ ਨੂੰ ਕਾਮਿਆਂ ਦੀ ਲੋੜ ਪਊਗੀ। ਇੱਕ ਤਾਂ ਆਪਾਂ ਖੁਦ ਨੂੰ ਕੰਮ ਮਿਲ ਗਿਆ, 3-4 ਬੰਦਿਆਂ ਨੂੰ ਆਪਾਂ ਹੋਰ ਕੰਮ ਦੇਵਾਂਗੇ, ਤਾਂ ਆਟੋਮੈਟਿਕਲੀ ਕੀ ਹੋ ਜਾਊਗਾ, ਬੇਰੁਜ਼ਗਾਰੀ ਥੋੜੀ ਜਿਹੀ ਕੀ ਹੋ ਜਾਊਗੀ, ਘਟ ਜੂਗੀ। ਠੀਕ ਹੈ, ਤਾਂ ਇਹ ਕਹਿ ਰਿਹਾ ਇਹ। ਇਸ ਤੋਂ ਬਾਅਦ ਰਾਜੇ ਇਹਨੂੰ ਤੁਸੀਂ ਪੜ੍ਹ ਲਿਓ। ਹੁਣ ਗੱਲ ਕੀ ਕਰਦੇ ਆ, ਕਹਿੰਦਾ ਵੀ ਜਿਹੜਾ ਆਪਣਾ ਦੇਸ਼ ਹੈਗਾ ਇਹਦੇ ਵਿੱਚ ਨਾ, ਕਹਿੰਦਾ ਭੰਡਾਰਨ ਤੇ ਪ੍ਰੋਸੈਸਿੰਗ ਦੇ ਵਧੀਆ ਸਾਧਨ ਦੀ ਕਮੀ ਹੈ। ਭੰਡਾਰਨ ਹੁੰਦਾ ਰਾਜੇ, ਆਪਾਂ ਕੋਈ ਚੀਜ਼ ਸਟੋਰ ਕਰਕੇ ਰੱਖਦੇ ਹਾਂ। ਹੁਣ ਜਿਵੇਂ ਮੰਨ ਲਓ ਆਪਾਂ ਕੋਈ ਆਲੂ ਹੋ ਗਏ, ਆਪਾਂ ਇਸ ਸੀਜ਼ਨ 'ਚ ਸਟੋਰ ਕਰ ਲਏ, ਅਗਲੇ ਸੀਜ਼ਨ 'ਚ ਆਪਾਂ ਵੇਚਤੇ। ਜਾਂ ਮੰਨ ਲਓ ਕੋਈ ਐਪਲ ਹੋ ਗਿਆ, ਜਾਂ ਕੁਛ ਵੀ ਜਿਹੜੀ ਚੀਜ਼ ਹੈਗੀ ਆ, ਆਪਾਂ ਉਹਨੂੰ ਸਟੋਰ ਕਰ ਸਕਦੇ ਹਾਂ। ਪ੍ਰੋਸੈਸਿੰਗ ਹੁੰਦਾ ਕਿ ਆਪਾਂ ਉਹਨੂੰ ਕੋਈ ਕਿਸੇ ਹੋਰ ਮਤਲਬ ਕਿ ਸ਼ੇਪ ਦੇ ਵਿੱਚ ਬਦਲ ਕੇ ਰੱਖ ਲੈਂਦੇ ਹਾਂ, ਤਾਂ ਜੋ ਉਹਨੂੰ ਵਧੀਆ ਤਰੀਕੇ ਨਾਲ ਜ਼ਿਆਦਾ ਮੁੱਲ ਦੇ ਵਿੱਚ ਵੇਚਿਆ ਜਾਵੇ। ਉਹਨੂੰ ਕਹਿ ਦਿੰਦੇ ਪ੍ਰੋਸੈਸਿੰਗ ਕਰਕੇ ਰੱਖਣਾ। ਹੁਣ ਜਿਵੇਂ ਮੰਨ ਲਓ ਕਿੰਨੂ ਵੈਸੇ ਤਾਂ ਪਿਆ ਕੀ ਹੋ ਜਾਊਗਾ, ਖਰਾਬ ਹੋ ਜਾਊਗਾ। ਜੇ ਆਪਾਂ ਉਹਨੂੰ ਕੀ ਕਰ ਲਾਂਗੇ, ਉਹਦਾ ਜੂਸ ਕੱਢ ਕੇ ਰੱਖ ਲਾਂਗੇ, ਜੂਸ ਨੂੰ ਆਪਾਂ ਸਟੋਰ ਕਰ ਸਕਦੇ ਹਾਂ। ਤਾਂ ਪਰ ਆਪਣੇ ਦੇਸ਼ ਦੇ ਵਿੱਚ ਕਹਿੰਦਾ ਜਿਹੜੇ ਇਹ ਸਾਧਨ ਹੈਗੇ, ਇਹਦੀ ਕਮੀ ਹੁੰਦੀ ਆ। ਕਮੀ ਹੋਣ ਕਰਕੇ ਜਿਹੜੀ ਹੈਗੀ ਆ, ਕਹਿੰਦਾ ਵੀ ਫਸਲ ਜਿਹੜੀ ਕੀ ਹੈ, ਬਹੁਤ ਨੁਕਸਾਨ ਹੋ ਜਾਂਦਾ ਹੈ। ਬਹੁਤ ਹਾਈ ਲੈਵਲ ਤੇ ਕੀ ਹੋ ਜਾਂਦੀ ਹੈ, ਆਪਣੀ ਫਸਲ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਆਪਣੇ ਕੋਲੇ ਉਨੇ ਕੀ ਆ ਸਾਧਨ ਨਹੀਂ ਹੈਗੇ ਸਟੋਰ ਕਰਨ ਦੇ, ਪ੍ਰੋਸੈਸਿੰਗ ਕਰਨ ਦੇ। ਤਾਂ ਰਾਈਟ ਹੈ, ਕਹਿੰਦਾ ਵੀ ਹੁਣ ਵੈਸੇ ਜਦ ਕਿ ਆਪਣੇ ਕੋਲੇ ਬਹੁਤ, ਜਿਵੇਂ ਹੁਣ FCI ਹੋ ਗਿਆ, ਆਪਣਾ ਮਾਰਕਫੈਡ ਹੋ ਗਿਆ, ਠੀਕ ਹੈ। ਤਾਂ ਇਹ ਕਾਫੀ ਜਿਹੜੇ ਆਪਣੇ ਸਰਕਾਰੀ ਜਿਹੜੇ ਹੈਗੇ ਨੇ ਡਿਪਾਰਟਮੈਂਟ ਹੈਗੇ ਨੇ, ਜਿਹੜੇ ਕਿ ਸਟੋਰ ਕਰਦੇ ਨੇ ਫਸਲਾਂ ਨੂੰ। ਪਰ ਫਿਰ ਵੀ ਇਸ ਦੇ ਉਪਰੰਤ ਕੁਝ ਪ੍ਰਾਈਵੇਟ ਵੀ ਹੈਗੇ ਨੇ। ਮੰਨ ਲਓ ਕੋਈ ਕਿਸਾਨ ਹੈ, ਉਹਦੇ ਕੋਲ ਚੰਗੇ ਰਕਬੇ ਦੀ ਜ਼ਮੀਨ ਹੈਗੀ ਆ, ਉਹ ਆਪਣਾ ਪ੍ਰਾਈਵੇਟ ਵੀ ਸਟੋਰ ਕਰ ਸਕਦਾ ਹੈ। ਜਾਂ ਫਿਰ ਕੁਛ ਆਪਣੇ ਸੁਸਾਇਟੀ ਬੇਸ ਦੇ ਉੱਪਰ ਵੀ ਹੁੰਦੇ ਨੇ, ਕੋਆਪਰੇਟਿਵ ਸੁਸਾਇਟੀਜ਼ ਹੁੰਦੀਆਂ ਨੇ ਪਿੰਡਾਂ ਦੇ ਵਿੱਚ, ਉੱਥੇ ਵੀ ਆਪਾਂ ਬਣੇ ਹੁੰਦੇ ਨੇ ਸਟੋਰ, ਆਪਾਂ ਉੱਥੇ ਵੀ ਕਰ ਸਕਦੇ ਹਾਂ। ਤੇ ਨਾਲ ਆਪਾਂ ਨੂੰ ਛੋਟੇ ਮੋਟੇ ਆਪਣੇ ਲੈਵਲ ਤੇ ਵੀ ਸ਼ੁਰੂ ਕਰਨੇ ਚਾਹੀਦੇ ਆ। ਕਿਹੜੇ? ਇਹ ਉਦਯੋਗਿਕ ਧੰਦੇ। ਰਾਈਟ ਆ। ਇਹਦੇ ਵਿੱਚ ਹੁਣ ਆਪਾਂ ਕਰ ਕੀ ਸਕਦੇ ਹਾਂ ਰਾਜੇ, ਜਿਵੇਂ ਹੁਣ ਆਪਾਂ ਜਿਵੇਂ ਮਿਰਚਾਂ ਹੋ ਗਈਆਂ, ਹਲਦੀ ਹੋ ਗਿਆ, ਆਦਿ ਜਿਹੜੇ ਬੀਜ ਹੋ ਗਏ, ਆਪਾਂ ਜਿਵੇਂ ਹਲਦੀ ਹੋ ਗਈ, ਮਿਰਚ ਹੋ ਗਈ, ਉਹਨੂੰ ਪੀਸ ਕੇ ਉਹਦਾ ਪਾਊਡਰ ਬਣਾ ਕੇ ਆਪਾਂ ਸਟੋਰ ਕਰ ਸਕਦੇ ਹਾਂ। ਠੀਕ ਹੈ, ਜਾਂ ਉਹਨੂੰ ਆਪਾਂ ਬਾਅਦ ਦੇ ਵਿੱਚ ਵੇਚ ਸਕੀਏ। ਤਾਂ ਇਹ ਸਾਰਾ ਕੁਛ ਰਾਜੇ ਇਸ ਟੌਪਿਕ ਦੇ ਅੰਡਰ ਕਵਰ ਹੋਊਗਾ ਆਪਣਾ। ਤਾਂ ਰਾਈਟ ਆ। ਇਹ ਸਿਰਫ ਇਹਦੀ ਇੰਟਰੋਡਕਸ਼ਨ ਸੀਗੀ, ਜਿਹੜੇ ਕਿ ਐਗਜ਼ਾਮ ਦੇ ਵਿੱਚ ਨਹੀਂ ਪੁੱਛੀ ਜਾਊਗੀ। ਜਸਟ ਆਪਾਂ ਇਹਨੂੰ ਸਮਝਣ ਵਾਸਤੇ ਆਪਾਂ ਨੂੰ ਇਹ ਜਾਣਨਾ ਜ਼ਰੂਰੀ ਆ ਕਿ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ, ਸਿਸਟਮ ਹੈ ਸਾਰਾ। ਹੁਣ ਆਪਾਂ ਗੱਲ ਕਰਦੇ ਹਾਂ ਐਗਜ਼ਾਮ ਦੇ ਵਿੱਚ ਪੁੱਛਿਆ ਕੀ ਜਾਊਗਾ। ਹੁਣ ਤੁਹਾਨੂੰ ਮੈਂ ਦੱਸਤਾ। ਇਹਦੇ ਵਿੱਚ ਆਪਾਂ ਪੜ੍ਹਨਾ ਹੈ ਵੀ ਕਿਹੜੇ ਹੁੰਦੇ ਨੇ ਰਾਜੇ। ਜਿਵੇਂ ਫਸਟ ਹੈਗਾ ਐਗਰੋ ਪ੍ਰੋਸੈਸਿੰਗ ਕੰਪਲੈਕਸਿਸ ਹੋ ਗਈਆਂ, ਠੀਕ ਹੈ। ਮਿੰਨੀ ਰਾਈਸ ਸ਼ੈਲਰ ਹੋ ਗਏ, ਮਿੰਨੀ ਰਾਈਸ ਚਾਵਲ ਮਿੱਲ ਕਹਿ ਦਿੰਦੇ ਜਿਹਨੂੰ ਆਪਾਂ, ਆਟਾ ਚੱਕੀ ਹੋ ਗਈ, ਕੋਲੂ ਹੋ ਗਿਆ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਤੇਲ ਕੱਢਣ ਵਾਲਾ, ਜਿਵੇਂ ਆਪਾਂ ਸਰੋਂ ਦਾ ਤੇਲ ਕਢਾਉਣੇ ਆ, ਸੂਰਜਮੁਖੀ ਦਾ ਤੇਲ ਕਢਾਉਣੇ ਆ। ਗ੍ਰਾਈਂਡਰ ਹੋ ਗਏ, ਪੇਂਜਾ ਹੋ ਗਿਆ ਜਿੱਥੇ ਆਪਾਂ ਰੂੰ ਵਗੈਰਾ ਕੀ ਕਰਦੇ ਹਾਂ, ਉਹਨੂੰ ਪਿੰਜਵਾਉਣੇ ਆ, ਹੈ ਨਾ, ਰੂੰ ਵਗੈਰਾ ਨੂੰ, ਕੋਟਨ ਵਗੈਰਾ ਨੂੰ। ਇਸ ਤੋਂ ਇਲਾਵਾ ਜਿਵੇਂ ਦਾਲਾਂ ਦਾ ਕਲੀਨਰ ਹੋ ਗਿਆ, ਗ੍ਰਾਈਂਡਰ ਹੋ ਗਿਆ, ਛੋਟੀ ਫੀਡ ਮਿੱਲ ਹੋ ਗਈ, ਹਲਦੀ ਪ੍ਰੋਸੈਸਿੰਗ ਪਲਾਂਟ ਹੋ ਗਿਆ, ਠੀਕ ਹੈ, ਮੈਂਥੇ ਦਾ ਪਲਾਂਟ ਹੋ ਗਿਆ, ਗੁੜ ਸ਼ੱਕਰ ਜਿਹਨੂੰ ਆਪਾਂ ਘਲਾੜੀ ਕਹਿ ਦਿੰਦੇ ਹਾਂ, ਸਬਜ਼ੀਆਂ ਨੂੰ ਸੁਕਾ ਕੇ ਪੈਕ ਕਰਨਾ, ਠੀਕ ਹੈ। ਇਸ ਤੋਂ ਇਲਾਵਾ ਆਪਾਂ ਡੀਹਾਈਡਰੇਸ਼ਨ ਵਗੈਰਾ ਵੀ ਕਰ ਸਕਦੇ ਹਾਂ, ਫ੍ਰੀजिंग ਪਲਾਂਟ ਵੀ ਹੁੰਦੇ ਨੇ। ਇਹ ਸਾਰੀ ਚੀਜ਼ਾਂ ਪੜ੍ਹਨੀਆਂ ਨੇ ਜਿਹੜੀਆਂ ਕਿ ਐਗਜ਼ਾਮ ਦੇ ਵਿੱਚ ਬਹੁਤ ਇੰਪੋਰਟੈਂਟ ਰੋਲ ਪਲੇ ਕਰਨਗੀਆਂ। ਤਾਂ ਰਾਈਟ ਆਪਾਂ ਪੜ੍ਹਦੇ ਹਾਂ ਇਕੱਲੀ, ਠੀਕ ਹੈ। ਇਸ ਤੋਂ ਇਲਾਵਾ ਮੈਂ ਇੰਗਲਿਸ਼ ਦੇ ਵਿੱਚ ਵੀ ਰਾਜੇ ਲਿਖਿਆ ਹੋਇਆ, ਤੁਸੀਂ ਇਹ ਸਾਰੀ ਇੰਟਰੋਡਕਸ਼ਨ ਇੰਗਲਿਸ਼ ਦੇ ਵਿੱਚ ਵੀ ਜ਼ਰੂਰ ਇੱਕ ਵਾਰੀ ਪੜ੍ਹ ਲੈਣੀ ਆ, ਤਾਂ ਜੋ ਤੁਹਾਨੂੰ ਜਿਹੜੇ ਇੰਗਲਿਸ਼ ਮਤਲਬ ਕਿ ਲੈਂਗੁਏਜ ਦੇ ਨਾਲ ਰਾਜੇ ਜਿਹੜੇ ਡਿਪੈਂਡੈਂਟ ਨੇ ਬੱਚੇ, ਉਹ ਇੰਗਲਿਸ਼ ਦੇ ਵਿੱਚ ਜ਼ਰੂਰ ਪੜ੍ਹ ਲੈਣ, ਤਾਂ ਜੋ ਉਹਨਾਂ ਨੂੰ ਈਜ਼ੀਲੀ ਇਹ ਸਮਝ ਆ ਸਕੇ ਕਿ ਮੈਂ ਕਹਿਣਾ ਕੀ ਚਾਹੁੰਦਾ ਹੈ। ਹੁਣ ਗੱਲ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੀ ਮੇਨ ਚੀਜ਼ ਆ ਵੀ ਜਿਹੜੀ ਐਗਰੋ ਬੇਸਡ ਇੰਡਸਟਰੀਜ਼ ਹੈ ਰਾਜੇ, ਇਹਨੂੰ 2 ਕੈਟਾਗਰੀ ਦੇ ਵਿੱਚ ਵੰਡਿਆ ਗਿਆ। 2 ਕੈਟਾਗਰੀ ਕਿਹੜੀ ਆ? ਇੱਕ ਤਾਂ ਹੈਗੀ ਆ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਹੋ ਗਈਆਂ, ਇੱਕ ਨੋਨ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਹੋ ਗਈਆਂ। ਹੁਣ ਫੂਡ ਪ੍ਰੋਸੈਸਿੰਗ ਦੇ ਵਿੱਚ ਤਾਂ ਜਿਵੇਂ ਆ ਗਿਆ, ਜਿਵੇਂ ਮੰਨ ਲਓ ਤੁਸੀਂ ਖੰਡ ਬਣਾ ਲਈ ਗੰਨੇ ਤੋਂ,
ਜਾਂ ਫਿਰ ਤੁਸੀਂ ਗੁੜ ਬਣਾ ਲਿਆ, ਠੀਕ ਹੈ, ਜਾਂ ਫਿਰ ਤੁਸੀਂ ਕਾਟਨ ਤੋਂ ਕੱਪੜਾ ਬਣਾ ਲਿਆ, ਸੂਤੀ ਕੱਪੜੇ ਬਣ ਗਏ। ਤਾਂ ਠੀਕ ਹੈ, ਤਾਂ ਹੁਣ ਦੇਖੋ ਫੂਡ ਦੇ ਵਿੱਚ ਕੀ ਆਊਗਾ, ਖਾਣ ਵਾਲੀਆਂ ਵਸਤੂਆਂ, ਜਿੱਥੋਂ ਸਿਰਫ ਖਾਣ ਵਾਲੀਆਂ ਵਸਤੂਆਂ ਹੀ ਤਿਆਰ ਹੋਣਗੀਆਂ, ਜਿਵੇਂ ਖੰਡ ਹੋ ਗਿਆ, ਠੀਕ ਹੈ, ਤੁਹਾਡਾ ਗੁੜ ਹੋ ਗਿਆ, ਦਾਲਾਂ ਹੋ ਗਈਆਂ, ਜੂਸ ਹੋ ਗਿਆ, ਇਹ ਸਾਰੀਆਂ ਖਾਣ ਵਾਲੀਆਂ। ਤੇ ਨੌਨ ਫੂਡ ਦੇ ਵਿੱਚ ਆ ਜਾਣਗੇ ਜਿਵੇਂ ਕੱਪੜੇ ਹੋ ਗਏ, ਕਾਗਜ਼ ਉਦਯੋਗ ਹੋ ਗਿਆ। ਕੱਪੜੇ ਹੁਣ ਕਿੱਥੋਂ ਬਣਦੇ ਆ, ਕਾਟਨ ਤੋਂ ਬਣਦੇ ਆ ਨਾ, ਕਾਟਨ ਤੋਂ ਧਾਗਾ ਬਣੂਗਾ, ਧਾਗੇ ਤੋਂ ਕੱਪੜੇ ਬਣਨਗੇ, ਠੀਕ ਹੈ। ਤਾਂ ਨੌਨ ਫੂਡ ਦੇ ਵਿੱਚ ਜਿਵੇਂ ਕੋਈ ਰਬੜ ਹੋ ਗਿਆ, ਰਬੜ ਇੰਡਸਟਰੀ ਹੋ ਗਈ, ਜੂਟ ਹੋ ਗਿਆ, ਠੀਕ ਹੈ। ਤਾਂ ਜਿਵੇਂ ਕੋਈ ਆਪਾਂ ਕੋਈ ਖੱਲ ਵਗੈਰਾ ਤਾਰਦੇ ਆ ਪਸ਼ੂਆਂ ਤੋਂ, ਕਿਉਂਕਿ ਪਸ਼ੂ ਵੀ ਤਾਂ ਇੱਕ ਤਰ੍ਹਾਂ ਦੇ ਐਗਰੀਕਲਚਰ ਦੇ ਵਿੱਚ ਹੀ ਆਉਂਦੇ ਨੇ, ਕਿਉਂਕਿ ਡਿਪੈਂਡੈਂਟ ਹੁੰਦੇ ਨੇ ਐਗਰੀਕਲਚਰ ਦੇ ਉੱਪਰ। ਤਾਂ ਰਾਈਟ ਆ, ਜਿਵੇਂ ਤੁਸੀਂ ਬਸ ਇਹਦੇ ਇੱਕ ਵਾਰੀ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਵੈਸੇ ਤਾਂ ਬਹੁਤ ਈਜ਼ੀ ਆ, ਆਪਣਾ ਨਾਮ ਤੋਂ ਹੀ ਕਲੀਅਰ ਹੈ। ਫੂਡ ਪ੍ਰੋਸੈਸਿੰਗ ਦੇ ਵਿੱਚ ਤਾਂ ਜਿਹੜੇ ਫੂਡ ਦੇ ਰਿਲੇਟਡ ਪ੍ਰੋਡਕਟਸ ਹੋਣਗੇ ਉਹ ਆ ਜਾਣਗੇ। ਨੌਨ ਫੂਡ ਦੇ ਵਿੱਚ ਆ ਜਾਣਗੇ ਜਿਹੜੇ ਕਿ ਆਪਾਂ ਪਹਿਨਦੇ ਹਾਂ, ਜਿਵੇਂ ਕਾਗਜ਼ ਉਦਯੋਗ ਹੋ ਗਿਆ, ਆਪਾਂ ਲਿਖਣ ਦੇ ਕੰਮ ਆਉਂਦਾ ਆਪਣਾ ਕਾਗਜ਼, ਕਾਹਦੇ ਵਾਸਤੇ ਵਰਤਦੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਤਾਂ ਰਾਈਟ ਹੈ, ਦੋ ਕੈਟਾਗਰੀ ਦੇ ਵਿੱਚ ਵੰਡਿਆ ਗਿਆ ਹੈ। ਹੁਣ ਮੈਂ ਵਾਰ-ਵਾਰ ਇੱਥੇ ਜ਼ੋਰ ਤਾਂ ਦੇ ਰਿਹਾ ਕਿਉਂਕਿ ਇੱਕ ਕੁਐਸਚਨ ਪਿਛਲੀ ਵਾਰ ਆਇਆ ਹੋਇਆ, ਕਹਿੰਦਾ ਇਨਟੂ ਹਾਊ ਮੈਨੀ ਕੈਟਾਗਰੀਜ਼ ਕੈਨ ਐਗਰੋ ਇੰਡਸਟਰੀਜ਼ ਕੈਨ ਬੀ ਕਲਾਸੀਫਾਈਡ। ਤਾਂ ਤੁਹਾਨੂੰ ਦੱਸ ਕੇ ਹਟਿਆ ਮੈਂ, ਦੋ ਕੈਟਾਗਰੀ ਦੇ ਵਿੱਚ ਵੰਡਿਆ ਗਿਆ ਰਾਜੇ ਨੂੰ, ਦੋ ਭਾਗਾਂ ਦੇ ਵਿੱਚ ਵੰਡਿਆ ਗਿਆ। ਪਹਿਲਾ ਹੈਗਾ ਤੁਹਾਡਾ ਫੂਡ ਪ੍ਰੋਸੈਸਿੰਗ, ਦੂਜਾ ਹੈਗਾ ਨੌਨ ਫੂਡ ਪ੍ਰੋਸੈਸਿੰਗ। ਤਾਂ ਰਾਈਟ ਹੈ, ਬਸ ਇਦਾਂ ਹੀ ਕੁਐਸਚਨ ਪੁੱਛੇ ਜਾਣਗੇ, ਬਿਲਕੁਲ ਬੇਸਿਕ ਤੁਸੀਂ ਦਿਮਾਗ ਦੇ ਵਿੱਚ ਯਾਦ ਰੱਖਣੇ ਨੇ। ਹੁਣ ਗੱਲ ਕਰਦੇ ਹਾਂ ਅੱਗੇ, ਪਹਿਲਾਂ ਆਪਾਂ ਉਸ ਪੜ੍ਹਨ ਤੋਂ ਪਹਿਲਾਂ ਇੱਕ ਚੀਜ਼ ਹੋਰ ਪੜ੍ਹਦੇ ਹਾਂ ਵੀ ਟਾਈਪਸ ਕਿਹੜੀਆਂ ਹੁੰਦੀਆਂ ਨੇ ਐਗਰੋ ਬੇਸਡ ਇੰਡਸਟਰੀਜ਼ ਦੀਆਂ। ਪਹਿਲੀ ਹੈਗੀ ਆ ਰਾਜੇ, ਪਹਿਲੀ ਆਪਣੇ ਕੋਲੇ ਹੈਗੀ ਜਿਹੜੀ ਉਹ ਹੈਗੀ ਆ ਐਗਰੋ ਪ੍ਰੋਡਿਊਸ ਪ੍ਰੋਸੈਸਿੰਗ ਯੂਨਿਟ। ਐਗਰੋ ਪ੍ਰੋਡਿਊਸ ਪ੍ਰੋਸੈਸਿੰਗ ਯੂਨਿਟ ਦੇ ਵਿੱਚ ਕੀ ਹੋਊਗਾ, ਮੰਨ ਲਓ ਸਿਰਫ ਫਸਲਾਂ ਨੂੰ ਕੀ ਕੀਤਾ ਜਾਊਗਾ, ਸਿਰਫ ਸਾਫ਼ ਕਰਕੇ ਥੋੜ੍ਹਾ ਬਹੁਤਾ ਛਾਂਟ ਕੇ ਤਿਆਰ ਕੀਤਾ ਜਾਂਦਾ ਹੈ। ਹੁਣ ਮੰਨ ਲਓ ਜਿਵੇਂ ਚੌਲਾਂ ਹੁੰਦੇ ਆ, ਚੌਲ ਮਿਲ ਹੁੰਦੇ ਆ, ਚਾਵਲਾਂ ਦੇ ਵਿੱਚ ਕੀ ਕਰਦੇ ਆ ਕਿ ਜਦੋਂ ਆਪਾਂ ਮਤਲਬ ਕਿ ਖੇਤ ਦੇ ਵਿੱਚੋਂ ਫਸਲ ਲੈ ਕੇ ਆਏ, ਉਹਦੇ ਵਿੱਚ ਕੀ ਹੋਣਗੇ, ਕੰਕਰ ਵੀ ਹੋਣਗੇ, ਮਿੱਟੀ ਘੱਟਾ ਵੀ ਹੋਊਗਾ, ਉਹਦੇ ਵਿੱਚ ਕੀ ਆ ਟੁੱਟੇ ਹੋਏ ਚਾਵਲ ਜਿਵੇਂ ਛਿਲਕੇ ਵੀ ਹੋ ਸਕਦੇ ਆ। ਤਾਂ ਆਪਾਂ ਉਹਨੂੰ ਸਾਫ਼ ਕਰ ਲਾਂਗੇ। ਸਿਰਫ ਇਹਦੇ ਵਿੱਚ ਕੰਮ ਕੀ ਹੈ, ਸਿਰਫ ਪ੍ਰੋਡਕਟ ਦੀ ਸ਼ੇਪ ਨਹੀਂ ਚੇਂਜ ਕੀਤੀ ਜਾਂਦੀ ਗੀ, ਪ੍ਰੋਡਕਟ ਉਵੇਂ ਦਾ ਉਵੇਂ ਰਹਿੰਦਾ, ਬਸ ਉਹਦੀ ਸਫਾਈ ਕੀਤੀ ਜਾਂਦੀ ਹੈ। ਤਾਂ ਉਹ ਹੁੰਦਾ ਰਾਜੇ ਐਗਰੋ ਪ੍ਰੋਡਿਊਸ ਪ੍ਰੋਸੈਸਿੰਗ ਯੂਨਿਟ, ਠੀਕ ਹੈ। ਇਹ ਤੋਂ ਯਾਦ ਰੱਖ ਲਿਓ, ਚੌਲ ਮਿੱਲਾਂ ਹੋ ਗਈਆਂ, ਦਾਲ ਮਿੱਲਾਂ ਹੋ ਗਈਆਂ, ਇਹ ਤਾਂ ਯਾਦ ਰੱਖਣਾ ਤੁਸੀਂ। ਨੈਕਸਟ ਹੈਗਾ ਐਗਰੋ ਪ੍ਰੋਡਿਊਸ ਮੈਨੂਫੈਕਚਰਿੰਗ ਯੂਨਿਟ। ਹੁਣ ਇਹਦੇ ਵਿੱਚ ਕੀ ਹੁੰਦਾ ਰਾਜੇ, ਉਹਦੀ ਸ਼ੇਪ ਚੇਂਜ ਕਰ ਦਿੱਤੀ ਜਾਂਦੀ ਹੈ, ਕੱਚੇ ਮਾਲ ਦੀ ਸ਼ੇਪ ਚੇਂਜ ਕਰਕੇ ਉਹਨੂੰ ਮੈਨੂਫੈਕਚਰ ਕਰਕੇ ਕਿਸੇ ਹੋਰ ਰੂਪ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ। ਮੰਨ ਲਓ ਕੋਈ ਕਿੰਨੂ ਆ, ਕਿੰਨੂ ਨੂੰ ਬਦਲ ਕੇ ਉਹਨੂੰ ਜੂਸ ਬਣਾਤਾ, ਜਾਂ ਸ਼ੂਗਰ ਨੂੰ ਮਤਲਬ ਕਿ ਉਹਦੇ ਗੰਨੇ ਨੂੰ ਬਦਲ ਕੇ ਉਹਦਾ ਕੀ ਬਣਾਤੀ, ਖੰਡ ਬਣਾਤੀ, ਠੀਕ ਹੈ। ਤਾਂ ਜਾਂ ਚੌਲਾਂ ਦਾ ਛਿਲਕਾ ਤਾਰ ਕੇ ਉਹਨੂੰ ਖਾਣ ਯੋਗ ਬਣਾਤਾ। ਹੁਣ ਇਹਦੇ ਵਿੱਚ ਕੀ ਹੋਊਗਾ ਰਾਜੇ, ਕਹਿੰਦਾ ਫਸਲਾਂ ਤੋਂ ਪ੍ਰਾਪਤ ਕੱਚੇ ਮਾਲ ਨੂੰ ਹੋਰ ਖਾਣ ਯੋਗ ਜਾਂ ਪਹਿਨਣ ਯੋਗ ਬਣਾਉਣ ਵਾਸਤੇ, ਜਿਵੇਂ ਕਿ ਚੌਲਾਂ ਤੋਂ ਛਿਲਕਾ ਤਾਰ ਕੇ ਖਾਣ ਯੋਗ ਬਣਾਉਣਾ, ਖੰਡ ਮਿੱਲਾਂ ਹੋ ਗਈਆਂ, ਬੇਕਰੀ ਹੋ ਗਈ, ਆਪਣੀ ਕੱਪੜਾ ਫੈਕਟਰੀ ਹੋ ਗਈ, ਕਾਗਜ਼ ਉਦਯੋਗ ਹੋ ਗਿਆ, ਇਹ ਸਾਰੇ ਕਿਹਦੇ ਅੰਡਰ ਆਉਂਦੇ ਨੇ, ਐਗਰੋ ਪ੍ਰੋਡਿਊਸ ਮੈਨੂਫੈਕਚਰਿੰਗ ਯੂਨਿਟ ਦੇ ਅੰਡਰ ਆਉਂਦੇ ਨੇ। ਆਈ ਹੋਪ ਤੁਹਾਨੂੰ ਰਾਜੇ ਇਹ ਵੀ ਕਲੀਅਰ ਹੋ ਗਿਆ ਹੋਊਗਾ। ਇਸ ਤੋਂ ਇਲਾਵਾ ਥਰਡ ਆ ਗਿਆ ਰਾਜੇ ਤੁਹਾਡਾ ਐਗਰੋ ਇਨਪੁਟ ਮੈਨੂਫੈਕਚਰਿੰਗ ਯੂਨਿਟ। ਐਗਰੋ ਇਨਪੁਟ ਮੈਨੂਫੈਕਚਰਿੰਗ ਯੂਨਿਟ ਦੇ ਵਿੱਚ ਕੀ ਹੁੰਦਾ ਰਾਜੇ, ਜਿਵੇਂ ਮੰਨ ਲਓ ਕੋਈ ਫਸਲ ਹੈ, ਫਸਲ ਤੋਂ ਆਪਾਂ ਵੱਧ ਝਾੜ ਲੈਣਾ ਹੈ। ਹੁਣ ਆਪਾਂ ਤੁਹਾਨੂੰ ਪਤਾ ਹੀ, ਆਪਾਂ ਖਾਦਾਂ ਵਗੈਰਾ ਪਾਉਣੇ ਆ, ਜਾਂ ਆਪਾਂ ਕੋਈ ਹਾਈਬ੍ਰਿਡ ਬੀਜਾਂ ਦੀ ਵਰਤੋਂ ਕਰਦੇ ਹਾਂ, ਉਹ ਤਾਂ ਕਰਦੇ ਆ ਨਾ ਕਿ ਆਪਾਂ ਵੱਧ ਝਾੜ ਲੈ ਸਕੀਏ ਅਤੇ ਵੱਧ ਆਮਦਨ ਹੋ ਸਕੇ। ਹੁਣ ਜਿਵੇਂ ਮੰਨ ਲਓ ਐਗਰੀਕਲਚਰ ਯੂਨੀਵਰਸਿਟੀ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਉਹ ਰਿਸਰਚ ਕਰਦੇ ਰਹਿੰਦੇ ਟਾਈਮ ਟੂ ਟਾਈਮ ਕਿਹੜੇ ਬੀਜ ਤਿਆਰ ਕੀਤੇ ਜਾਣ, ਕਿਹੜੀ ਮੌਸਮ ਦੇ ਵਿੱਚ ਬੀਜਣਾ ਹੈ, ਕਿੰਨਾ ਪਾਣੀ ਦੇਣਾ, ਜਾਂ ਇੰਸਟਰਕਸ਼ਨਸ ਦਿੰਦੇ ਰਹਿੰਦੇ ਆ। ਉਹ ਤਾਂ ਹੀ ਦਿੰਦੇ ਆ ਤਾਂ ਜੋ ਉਸ ਤੋਂ ਵੱਧ ਕੀ ਲੈ ਸਕੀਏ, ਆਪਾਂ ਝਾੜ ਲੈ ਸਕੀਏ। ਕਹਿੰਦਾ ਇਸ ਵਿੱਚ ਖੇਤੀਬਾੜੀ ਤੋਂ ਵੱਧ ਝਾੜ ਲੈਣ ਲਈ ਜ਼ਰੂਰੀ ਢੰਗ ਅਤੇ ਵਸਤੂਆਂ ਸ਼ਾਮਲ ਨੇ, ਜਿਵੇਂ ਕਿ ਬੀਜ ਫੈਕਟਰੀਆਂ, ਪੰਪ ਸੈੱਟ ਹੋ ਗਏ, ਜਿਵੇਂ ਮੰਨ ਲਓ ਕੋਈ ਸਪਰੇਅ ਕਰਨ ਵਾਲੇ ਪੰਪ ਹੈ, ਠੀਕ ਹੈ, ਜਿਵੇਂ ਕੀਟਨਾਸ਼ਕ ਹੋ ਗਏ, ਜਾਂ ਫਿਰ ਕੋਈ ਖੇਤੀਬਾੜੀ ਉਪਕਰਨ ਹੋ ਗਏ ਜਿਹੜੇ ਕਿ ਆਪਾਂ ਵਰਤਦੇ ਹਾਂ ਝਾੜ ਵੱਧ ਲੈਣ ਵਾਸਤੇ, ਠੀਕ ਹੈ। ਤਾਂ ਆਈ ਹੋਪ ਤੁਹਾਨੂੰ ਇਹ ਵੀ ਕਲੀਅਰ ਹੋਊਗਾ। ਲਾਸਟ ਵਨ ਹੈਗਾ ਰਾਜੇ ਐਗਰੋ ਸਰਵਿਸ ਸੈਂਟਰ, ਜਿੱਥੇ ਕਿ ਮੰਨ ਲਓ ਆਪਾਂ ਖੇਤੀਬਾੜੀ ਦੇ ਰਿਲੇਟਡ ਆਪਾਂ ਨੂੰ ਸਹਾਇਤਾ ਮਿਲਦੀ ਹੈ। ਜਿਵੇਂ ਪਿੱਛੇ ਜੇ ਹੁਣੀ ਇੱਕ ਕਿਸਾਨ ਸੈਂਟਰ ਬਣਾਇਆ, ਕਿਸਾਨ ਕਾਲਿੰਗ ਸੈਂਟਰ, ਆਪਾਂ ਉੱਥੇ ਕਾਲ ਕਰਕੇ ਕੋਈ ਵੀ ਆਪਣੀ ਪ੍ਰੋਬਲਮ ਡਿਸਕਸ ਕਰ ਸਕਦੇ ਹਾਂ। ਜਾਂ ਫਿਰ ਜਿਵੇਂ ਹੁਣ ਮੰਨ ਲਓ ਕੋਈ ਆਪਣਾ ਟਰੈਕਟਰ ਹੋ ਗਿਆ, ਟਰੈਕਟਰ ਵੀ ਤਾਂ ਐਗਰੋ ਦੇ ਵਿੱਚ ਹੀ ਆਉਂਦਾ ਹੈ। ਟਰੈਕਟਰ ਦੀ ਮੁਰੰਮਤ ਵਾਸਤੇ ਜਿੱਥੇ ਵੀ ਲੱਗੀਆਂ ਹੋਣਗੀਆਂ ਫੈਕਟਰੀਜ਼ ਹੋ ਗਈਆਂ, ਕੰਪਨੀਜ਼ ਹੋ ਗਈਆਂ, ਜਿੱਥੇ ਆਪਾਂ ਨੂੰ ਟਰੈਕਟਰ ਨਵੇਂ ਮਿਲਦੇ ਆ ਜਾਂ ਉਹਨਾਂ ਦੀ ਰਿਪੇਅਰ ਹੁੰਦੀ ਹੈ, ਜਾਂ ਫਿਰ ਪੰਪਾਂ ਦੀ ਮੁਰੰਮਤ ਹੋ ਗਈ, ਜਾਂ ਕੋਈ ਉਪਕਰਨ ਜਿਹੜੇ ਆਪਾਂ ਲੈ ਰਹੇ ਹਾਂ ਉਹ ਖਰਾਬ ਹੋ ਗਏ ਖੇਤੀਬਾੜੀ ਦੇ ਨਾਲ ਰਿਲੇਟਡ, ਇਹ ਸਾਰਾ ਕੁਛ ਕੀ ਅੰਡਰ ਆਊਗਾ, ਐਗਰੋ ਸਰਵਿਸ ਸੈਂਟਰ ਦੇ ਅੰਡਰ ਆਊਗਾ। ਆਈ ਹੋਪ ਤੁਹਾਨੂੰ ਇਹ ਚਾਰੇ ਪੁਆਇੰਟ ਕਲੀਅਰ ਹੋਣਗੇ ਰਾਜੇ। ਇਹ ਮੈਂ ਪੰਜਾਬੀ ਦੇ ਵਿੱਚ ਲਿਖੇ ਸੀਗੇ, ਇੰਗਲਿਸ਼ ਦੇ ਵਿੱਚ ਵੀ ਤੁਸੀਂ ਪੜ੍ਹ ਲਿਓ ਇੱਕ ਵਾਰੀ, ਇਹ ਮੈਂ ਤੁਹਾਡੇ ਸਾਹਮਣੇ ਸਕਰੀਨਸ਼ਾਟ ਲਏ ਹੋਏ ਆ, ਠੀਕ ਹੈ। ਇਹਨੂੰ ਜ਼ਰੂਰ ਪੜ੍ਹਨਾ, ਇੱਥੋਂ ਬਹੁਤ ਵਾਰ ਕੁਐਸਚਨ ਨਿਕਲ ਕੇ ਆਉਂਦਾ ਔਰ ਵਾਰ-ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਹੁਣ ਗੱਲ ਕਰਦੇ ਹਾਂ ਇੱਕ ਦੋ ਜਿਹੜੇ ਮੇਨ ਬਹੁਤ ਇੰਪੋਰਟੈਂਟ ਪੁਆਇੰਟ ਹੈਗੇ ਆ ਰਾਜੇ, ਜਿਹੜੇ ਕਿ ਵਾਰ-ਵਾਰ ਪੇਪਰਾਂ 'ਚ ਪੁੱਛੇ ਜਾਂਦੇ ਆ। ਪਹਿਲਾ ਹੈਗਾ ਜਿਹੜੀ ਟੈਕਸਟਾਈਲ ਇੰਡਸਟਰੀ।
ਟੈਕਸਟਾਈਲ ਇੰਡਸਟਰੀ ਦੇ ਵਿੱਚੋਂ ਜ਼ਿਆਦਾ ਕੁਐਸਚਨ ਤਾਂ ਪੁੱਛੇ ਜਾਂਦੇ ਆ ਰਾਜੇ। ਇੱਕ ਤਾਂ ਸਭ ਤੋਂ ਪਹਿਲਾਂ ਯਾਦ ਰੱਖਣਾ ਕਿ ਐਗਰੋ ਬੇਸਡ ਦੇ ਵਿੱਚ ਸਭ ਤੋਂ ਨੰਬਰ 1 ਤੇ ਇਹ ਆਉਂਦੀ ਹੈ, ਜਿਹਦੇ ਵਿੱਚ ਸਭ ਤੋਂ ਵੱਧ ਇਹ ਕਵਰ ਕਰਦੀ ਹੈ ਐਗਰੋ ਬੇਸਡ ਇੰਡਸਟਰੀ ਨੂੰ। ਕਿਉਂਕਿ ਇਹਦੇ ਵਿੱਚ ਕੀ ਆ ਜਾਂਦੀ ਹੈ, ਤੁਹਾਡੇ ਸਾਹਮਣੇ ਮੈਂ ਦੱਸਿਆ ਸੀਗਾ, ਕਾਟਨ ਟੈਕਸਟਾਈਲ ਵੀ ਆ ਜਾਂਦੀ ਹੈ, ਜੂਟ ਵੀ ਆ ਜਾਂਦੀ ਹੈ, ਠੀਕ ਹੈ। ਤਾਂ ਇਹਦੇ ਵਿੱਚ ਕਾਫੀ ਸਾਰਾ ਕਵਰ ਕਰਦੀ ਹੈ। ਹੁਣ ਅਗਰ ਆਪਾਂ ਇਹਨੂੰ ਪੜ੍ਹੀਏ, ਵੈਸੇ ਆਪਾਂ ਇੱਕ ਵਾਰੀ ਪੜ੍ਹ ਲੈਂਦੇ ਹਾਂ, ਪੇਪਰ ਦੇ ਵਿੱਚ ਤਾਂ ਨਹੀਂ ਪੁੱਛਿਆ ਜਾਊਗਾ। ਇਹਦੇ ਵਿੱਚ ਕੀ ਆ, ਹੁਣ ਮੰਨ ਲਓ ਜੇ ਆਪਾਂ ਗੱਲ ਕਰੀਏ ਕਿੰਨਾ ਕੰਟਰੀਬਿਊਟ ਕਰਦੀ ਹੈ ਇਹ 14%, ਠੀਕ ਹੈ। ਕੀ ਕਰਦੀ ਹੈ, ਕੰਟਰੀਬਿਊਟ ਕਰਦੀ ਹੈ ਕਿਹਦੇ ਵਿੱਚ, ਇੰਡਸਟਰੀਅਲ ਪ੍ਰੋਡਕਸ਼ਨ ਦੇ ਵਿੱਚ। ਜੇ ਆਪਾਂ ਇੰਪਲੋਇਮੈਂਟ ਦੀ ਗੱਲ ਕਰੀਏ ਰਾਜੇ ਤਾਂ 35 ਮਿਲੀਅਨ ਪਰਸਨ ਡਾਇਰੈਕਟਲੀ ਇਹ ਕੀ ਕਰਦੀ ਹੈ, ਉਹਨਾਂ ਨੂੰ ਰੋਜ਼ਗਾਰ ਦਿੰਦੀ ਹੈ, ਜਿਹੜੀ ਕਿ ਸੈਕਿੰਡ ਹੈ ਕਿ ਤੋਂ ਬਾਅਦ ਐਗਰੀਕਲਚਰ ਤੋਂ ਬਾਅਦ। ਕਿਉਂਕਿ ਨੰਬਰ 1 ਤੇ ਕੀ ਹੈ, ਐਗਰੀਕਲਚਰ ਹੈ ਇੰਪਲੋਇਮੈਂਟ ਦੇ ਵਿੱਚ, ਕਿ ਸਭ ਤੋਂ ਜ਼ਿਆਦਾ ਇੰਪਲੋਇਮੈਂਟ ਕੌਣ ਪ੍ਰੋਡਿਊਸ ਕਰਦਾ, ਜਨਰੇਟ ਕਰਦਾ, ਐਗਰੀਕਲਚਰ ਕਰਦੀ ਹੈ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ, ਕਹਿੰਦਾ ਫੋਰਨ ਐਕਸਚੇਂਜ ਅਰਨਿੰਗ ਦੇ ਵਿੱਚ ਵੀ ਕਿੰਨਾ ਯੋਗਦਾਨ ਹੈ ਇਹਦਾ, 24.6% ਯੋਗਦਾਨ ਹੈ। ਤੇ ਜੇ ਆਪਾਂ GDP ਦੀ ਗੱਲ ਕਰੀਏ ਤਾਂ 4% ਟੂਵਰਡ GDP ਇਹਦਾ ਕੀ ਹੈ, ਹਿੱਸਾ ਹੈ, ਕੰਟਰੀਬਿਊਸ਼ਨ ਹੈ ਕਿਹਦੀ, ਟੈਕਸਟਾਈਲ ਇੰਡਸਟਰੀ ਦੀ। ਤਾਂ ਕੁਐਸਚਨ ਇੱਥੋਂ ਨਿਕਲ ਕੇ ਤੁਹਾਨੂੰ ਮੈਂ ਦੱਸ ਦਿੰਦਾ, ਇਹ ਮੈਂ ਵਾਰ-ਵਾਰ ਮੈਨੂੰ ਦੱਸਣ ਦਾ ਕਾਰਨ ਇਹੀ ਹੈ ਕਿ ਇੱਥੋਂ ਕੁਐਸਚਨ ਨਿਕਲ ਕੇ ਆ ਜਾਂਦਾ ਕਈ ਵਾਰੀ ਕਿ ਮਤਲਬ ਕਿ ਤੁਹਾਨੂੰ ਇੱਕ ਲਿਸਟ ਦਿੱਤੀ ਹੋਊਗੀ, ਥੱਲੇ ਪੁੱਛ ਲੂਗਾ ਕਿ ਨੰਬਰ 1 ਤੇ ਕਿਹੜਾ ਐਗਰੋ ਇੰਡਸਟਰੀ ਦੇ ਵਿੱਚ ਕਿਹੜਾ ਸਭ ਤੋਂ ਜ਼ਿਆਦਾ ਕਵਰ ਕਰਦਾ ਹੈ, ਤਾਂ ਨੰਬਰ 1 ਤੇ ਰਾਜੇ ਤੁਹਾਡਾ ਹੈਗਾ ਟੈਕਸਟਾਈਲ। ਜੇ ਨੰਬਰ 2 ਦੀ ਗੱਲ ਕਰੀਏ ਤਾਂ ਅੱਗੇ ਜਾ ਕੇ ਪੜ੍ਹਦੇ ਆਪਾਂ ਸ਼ੂਗਰ ਕੇਨ ਆਉਂਦਾ ਆਪਣਾ, ਠੀਕ ਹੈ ਜੀ। ਤਾਂ ਇਹਨੂੰ ਜ਼ਰੂਰ ਪੜ੍ਹ ਲੈਣਾ। ਹੁਣ ਇੱਕ ਕੁਐਸਚਨ ਪੁੱਛਿਆ ਜਾਂਦਾ ਵਾਰ-ਵਾਰ, ਕਹਿੰਦਾ ਵਿਚ ਸਿਟੀ ਇਜ਼ ਫੇਮਸ ਫॉर ਟੈਕਸਟਾਈਲ ਇਨ ਇੰਡੀਆ। ਤਾਂ ਤੁਹਾਨੂੰ ਮੈਂ ਪਤਾ ਹੀ ਹੋਣਾ ਚਾਹੀਦਾ ਕਿ ਰਾਜੇ ਮਹਾਰਾਸ਼ਟਰ ਹੋਗਾ, ਜਿਹਦੇ ਵਿੱਚ ਮੁੰਬਈ ਸ਼ਹਿਰ ਆਉਂਦਾ। ਤਾਂ ਸਿਟੀ ਦੀ ਗੱਲ ਕਰ ਰਿਹਾ ਤਾਂ ਰਾਜੇ ਮੁੰਬਈ ਆ ਜਾਊਗਾ। ਤਾਂ ਮੁੰਬਈ ਕੀ ਹੈ ਤੁਹਾਡਾ, ਫੇਮਸ ਹੈ ਟੈਕਸਟਾਈਲ ਵਾਸਤੇ। ਓਕੇ ਜੀ, ਇਹਨੂੰ ਵੀ ਯਾਦ ਰੱਖਣਾ, ਇਹ ਪੁੱਛਿਆ ਗਿਆ ਪੇਪਰਾਂ ਦੇ ਵਿੱਚ। ਹੁਣ ਅਗਰ ਆਪਾਂ ਗੱਲ ਕਰੀਏ ਸ਼ੂਗਰ ਇੰਡਸਟਰੀ ਦੀ ਰਾਜੇ, ਤਾਂ ਸੈਕਿੰਡ ਲਾਰਜੈਸਟ ਦੇ ਅੰਡਰ ਆਉਂਦਾ, ਐਗਰੋ ਇੰਡਸਟਰੀ ਦੇ ਅੰਡਰ ਆਉਂਦਾ, ਸੈਕਿੰਡ ਨੰਬਰ ਤੇ ਆਉਂਦਾ, ਠੀਕ ਹੈ। ਤੇ ਇਹਦੇ ਵਿੱਚ ਕੀ ਆ, ਜੇ ਆਪਾਂ ਗੱਲ ਕਰੀਏ ਆਪਣਾ ਸ਼ੂਗਰ ਇੰਡਸਟਰੀ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਯੂਪੀ ਵਗੈਰਾ ਦੇ ਵਿੱਚ ਕੀ ਆ, ਸਭ ਤੋਂ ਜ਼ਿਆਦਾ ਕੀ ਕੀਤਾ ਜਾਂਦਾ ਰਾਜੇ, MP ਵਾਲੀ ਸਾਈਡ ਕੀ ਕੀਤਾ ਜਾਂਦਾ, ਗੰਨਾ ਉਗਾਇਆ ਜਾਂਦਾ। ਤਾਂ ਗੰਨੇ ਤੋਂ ਦੇਖੋ ਕੀ ਕਰਦੇ ਹਾਂ ਆਪਾਂ ਇਹ ਤੋਂ ਗੁੜ ਵੀ ਬਣਾਉਣੇ ਆ। ਇਹ ਤੋਂ ਆਪਾਂ ਕੀ ਕਰਦੇ ਹਾਂ, ਇੱਕ ਜਿਹਨੂੰ ਆਪਾਂ ਦੇਸੀ ਸ਼ੱਕਰ ਕਹਿ ਦਿੰਦੇ ਹਾਂ, ਖੰਡ ਸਰੀ ਹੈ ਨਾ, ਜਿਹਨੂੰ ਆਪਾਂ ਦੇਸੀ ਸ਼ੂਗਰ ਕਹਿ ਦਿੰਦੇ ਹਾਂ, ਜਾਂ ਆਪਾਂ ਨੂੰ ਸ਼ੱਕਰ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਉਹ ਵੀ ਪ੍ਰੋਡਿਊਸ ਕਰਦੇ ਹਾਂ ਆਪਾਂ, ਗੁੜ ਪ੍ਰੋਡਿਊਸ ਕਰਦੇ ਹਾਂ। ਤਾਂ ਰਾਜੇ ਇਹਦੇ ਵਿੱਚ ਕਿਵੇਂ, ਹੁਣ ਮੰਨ ਲਓ ਕਹਿੰਦਾ ਜਿਵੇਂ ਉੱਤਰ ਪ੍ਰਦੇਸ਼ ਹੋ ਗਿਆ, ਬਿਹਾਰ ਹੋ ਗਿਆ, ਮਹਾਰਾਸ਼ਟਰ ਹੋ ਗਿਆ, ਕਰਨਾਟਕਾ, ਤਾਮਿਲਨਾਡੂ ਹੋ ਗਿਆ, ਆਂਧਰਾ ਪ੍ਰਦੇਸ਼, ਗੁਜਰਾਤ, ਪੰਜਾਬ ਤੇ ਹਰਿਆਣਾ ਤੇ ਮੱਧ ਪ੍ਰਦੇਸ਼, ਤੇ ਕਾਫੀ ਸਾਰੇ ਇਹ ਕਵਰ ਕਰਦਾ। ਬਿਹਾਰ ਦੇ ਵੀ ਕੀ ਆ, ਇਹਦੇ ਅੰਡਰ ਹੀ ਆਉਂਦੇ ਨੇ ਕਿਹਦੇ, ਸ਼ੂਗਰ ਇੰਡਸਟਰੀ ਦੇ, ਠੀਕ ਹੈ। ਇਹ ਦੋਨੇ ਦੱਸਣ ਦਾ ਮੇਰਾ ਕਾਰਨ ਇਹ ਸੀ ਕਿ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਨੰਬਰ 1 ਤੇ ਕਿਹੜਾ ਐਗਰੋ ਇੰਡਸਟਰੀ ਦੇ ਵਿੱਚ ਆਉਂਦਾ, ਨੰਬਰ 2 ਤੇ ਕਿਹੜਾ ਆਉਂਦਾ, ਨੰਬਰ 2 ਤੇ ਆਉਂਦਾ ਤੁਹਾਡਾ ਸ਼ੂਗਰ ਕੇਨ, ਤੇ ਨੰਬਰ 1 ਤੇ ਆਉਂਦਾ ਤੁਹਾਡਾ ਟੈਕਸਟਾਈਲ ਇੰਡਸਟਰੀਜ਼। ਹੁਣ ਆਪਾਂ ਗੱਲ ਕਰਦੇ ਹਾਂ ਅੱਜ ਦਾ, ਅਗਰ ਆਪਾਂ ਬੇਸਿਕ ਟੌਪਿਕ ਦੀ ਗੱਲ ਕਰੀਏ ਤਾਂ ਪਹਿਲਾਂ ਪੜ੍ਹਦੇ ਹਾਂ ਆਪਾਂ ਐਗਰੋ ਪ੍ਰੋਸੈਸਿੰਗ ਕੰਪਲੈਕਸ। ਐਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਵਿੱਚ ਕੀ ਆ ਜਾਂਦਾ ਰਾਜੇ, ਜਿਵੇਂ ਛੋਟੇ ਛੋਟੇ ਆਪਾਂ ਕੀ ਆ ਮਸ਼ੀਨਾਂ ਲਗਾ ਲੈਂਦੇ ਹਾਂ, ਜਿਹਨੂੰ ਆਪਾਂ ਲਘੂ ਉਦਯੋਗ ਕਹਿ ਦਿੰਦੇ ਹਾਂ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ ਰਾਜੇ, ਛੋਟੇ ਕਾਰਖਾਨੇ ਲਾ ਲੈਂਦੇ ਹਾਂ, ਜਿਵੇਂ ਕਿ ਮਿੰਨੀ ਚਾਵਲ ਮਿੱਲ ਹੋ ਗਈ। ਆਪਾਂ ਛੋਟੀ, ਜਿਵੇਂ ਵੱਡੇ ਤੇ ਸ਼ੈਲਰ ਹੁੰਦੇ ਨੇ, ਛੋਟੇ ਲੈਵਲ 'ਤੇ ਲਗਾਉਣੀ ਹੋਵੇ ਕਿ ਛੋਟੀ ਜਿਹੀ ਮਸ਼ੀਨ ਮਿਲਦੀ ਆਪਾਂ ਨੂੰ, ਜਿਹਨੂੰ ਆਪਾਂ ਕਾਹਦੇ ਵਾਸਤੇ ਵਰਤਦੇ ਹਾਂ, ਚਾਵਲ ਮਿੱਲ ਵਾਸਤੇ, ਮਿੱਲ ਦੇ ਤੌਰ 'ਤੇ ਵਰਤਦੇ ਹਾਂ। ਜਾਂ ਫਿਰ ਆਪਾਂ ਜਿਹਨੂੰ ਆਪਾਂ ਆਟਾ ਚੱਕੀ ਵਾਸਤੇ ਵੀ ਵਰਤ ਸਕਦੇ ਹਾਂ, ਜਿਵੇਂ ਮੰਨ ਲਓ ਕੋਈ ਆਪਾਂ ਛੋਲਿਆਂ ਦਾ ਆਟਾ ਬਣਾਉਣਾ ਹੈ, ਆਪਾਂ ਮੱਕੀ ਦਾ ਆਟਾ ਬਣਾਉਣਾ, ਕਣਕ ਦਾ ਆਟਾ ਬਣਾਉਣਾ ਹੈ। ਜਾਂ ਫਿਰ ਆਪਾਂ ਛੋਟੀ ਤੇਲ ਕੱਢਣ ਵਾਲੀ ਮਸ਼ੀਨ ਵੀ ਵਰਤ ਲੈਂਦੇ ਹਾਂ, ਜਾਂ ਫਿਰ ਆਪਾਂ ਗ੍ਰਾਈਂਡਰ ਵਰਤ ਸਕਦੇ ਹਾਂ, ਦਾਲਾਂ ਨੂੰ ਪੀਸਣ ਵਾਲੀ ਮਸ਼ੀਨ ਵੀ ਲੈ ਸਕਦੇ ਹਾਂ, ਪੇਂਜਾ ਵੀ ਰੱਖ ਸਕਦੇ ਹਾਂ। ਪੇਂਜਾ ਹੁੰਦਾ ਰੂਹ ਨੂੰ ਕੀ ਕਰਦੇ ਆ, ਪੇਂਜਣ ਵਾਸਤੇ, ਠੀਕ ਹੈ। ਤਾਂ ਜਿਵੇਂ ਕੋਈ ਮਸਾਲੇ ਪੀਸਣ ਵਾਸਤੇ ਕੋਈ ਆਪਾਂ ਲਗਾ ਲਈ ਮਸ਼ੀਨ, ਇਹ ਸਾਰੀਆਂ ਕਿਹੜੀ ਕੈਟਾਗਰੀ ਦੇ ਅੰਡਰ ਆਉਂਦੀਆਂ ਨੇ, ਐਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਅੰਡਰ ਆਉਂਦੀਆਂ ਨੇ। ਤਾਂ ਪੁੱਛਿਆ ਜਾ ਸਕਦਾ ਰਾਜੇ ਐਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਅੰਡਰ ਕੀ ਕੀ ਚੀਜ਼ਾਂ ਆਉਂਦੀਆਂ ਨੇ, ਤਾਂ ਤੁਸੀਂ ਸਾਰੀਆਂ ਇਹਨੂੰ ਇੱਕ ਵਾਰੀ ਜ਼ਰੂਰ ਪੜ੍ਹ ਲੈਣੀਆਂ ਨੇ। ਤਾਂ ਐਗਰੋ ਪ੍ਰੋਸੈਸਿੰਗ ਦੇ ਅੰਡਰ ਉਹੀ ਆਉਣਗੀਆਂ ਜਿਹੜੀਆਂ ਕਿ ਐਗਰੀਕਲਚਰ ਦੇ ਨਾਲ ਰਿਲੇਟਡ ਕੀ ਆਪਣੇ ਕੋਲ ਫਸਲਾਂ ਨੇ, ਜਿਨ੍ਹਾਂ ਦੀ ਕੀ ਕੀਤੀ ਜਾਂਦੀ ਹੈ, ਪ੍ਰੋਸੈਸਿੰਗ ਕੀਤੀ ਜਾਂਦੀ ਹੈ ਛੋਟੇ ਲੈਵਲ 'ਤੇ, ਠੀਕ ਹੈ ਜੀ। ਤਾਂ ਇਹ ਹੋ ਗਿਆ ਤੁਹਾਡਾ ਐਗਰੋ ਪ੍ਰੋਸੈਸਿੰਗ ਕੰਪਲੈਕਸ ਹੋ ਗਿਆ। ਤਾਂ ਇੰਗਲਿਸ਼ ਦੇ ਵਿੱਚ ਵੀ ਜ਼ਰੂਰ ਪੜ੍ਹ ਲਿਓ। ਅੱਗੇ ਰਾਜੇ ਇਹਦੇ ਬਾਰੇ ਲਿਖਿਆ ਹੋਇਆ ਵੀ ਆਪਾਂ ਕਿੰਨਾ ਪੈਸਾ ਲਗਾ ਸਕਦੇ ਹਾਂ, 5 ਤੋਂ 20 ਲੱਖ ਲਗਾ ਸਕਦੇ ਹਾਂ। ਉੱਤੇ ਮਸ਼ੀਨਾਂ ਆ ਜਾਂਦੀਆਂ ਨੇ, ਉੱਥੋਂ ਆਪਾਂ ਕੀ ਕਰ ਸਕਦੇ ਹਾਂ, ਕਮਾਈ ਕਰ ਸਕਦੇ ਹਾਂ। ਦੇਖੋ ਕਿੰਨੀ ਕਰ ਸਕਦੇ ਹਾਂ, 50,000, 10,000 ਤੋਂ ਲੈ ਕੇ 50,000 ਤੱਕ ਕਮਾਈ ਕਰ ਸਕਦੇ ਹਾਂ, ਜਿਹਦੇ ਵਿੱਚ 2 ਤੋਂ ਲੈ ਕੇ 6 ਬੰਦਿਆਂ ਨੂੰ ਕੀ ਮਿਲ ਜਾਂਦਾ, ਰੋਜ਼ਗਾਰ ਮਿਲ ਜਾਂਦਾ ਹੈ ਈਜ਼ਲੀ, ਕਿਹਦੇ ਅੰਡਰ, ਐਗਰੋ ਪ੍ਰੋਸੈਸਿੰਗ ਕੰਪਲੈਕਸ ਦੇ ਅੰਡਰ। ਓਕੇ ਜੀ, ਨੈਕਸਟ ਗੱਲ ਕਰਦੇ ਹਾਂ ਰਾਜੇ, ਜਿਹੜਾ ਸੈਕਿੰਡ ਪਲਾਂਟ ਆਪਾਂ ਲਗਾ ਸਕਦੇ ਹਾਂ, ਸੈਕਿੰਡ ਇੰਡਸਟਰੀ ਲਗਾ ਸਕਦੇ ਹਾਂ, ਉਹ ਹੈਗੀ ਆ ਹਲਦੀ ਪ੍ਰੋਸੈਸਿੰਗ ਪਲਾਂਟ। ਹਲਦੀ ਪ੍ਰੋਸੈਸਿੰਗ ਪਲਾਂਟ ਰਾਜੇ ਕਹਿੰਦਾ ਬਹੁਤ ਇੰਪੋਰਟੈਂਟ ਹੈ, ਕਿਉਂਕਿ ਜਿਵੇਂ ਵਿਦੇਸ਼ਾਂ ਦੇ ਵਿੱਚ ਜਿੰਨਾ ਵੀ ਮਸਾਲਾ ਜਾਂਦਾ ਰਾਜੇ, ਉਹ ਹਲਦੀ ਦੇ ਉੱਪਰ ਡਿਪੈਂਡੈਂਟ ਹੈ। ਤਾਂ ਹਲਦੀ ਦੀ ਕਾਫੀ ਭਾਰੀ ਮੰਗ ਹੈ ਵਿਦੇਸ਼ਾਂ ਦੇ ਵਿੱਚ। ਤਾਂ ਹਲਦੀ ਦੀ ਵਰਤੋਂ ਆਪਾਂ ਕਾਹਦੇ ਵਾਸਤੇ ਕਰਦੇ ਹਾਂ, ਜਿਵੇਂ ਆਪਾਂ ਮੰਨ ਲਓ ਕਿ ਸਬਜ਼ੀ ਹੋ ਗਈ, ਉਹਦੇ ਵਿੱਚ ਰੰਗ ਦੇਣ ਵਾਸਤੇ, ਜਿਵੇਂ ਕੜੀ ਹੋ ਗਈ, ਤਰੀ ਵਾਲੀਆਂ ਸਬਜ਼ੀਆਂ ਹੋ ਗਈਆਂ, ਸਵਾਦ ਵਾਸਤੇ, ਸੁਗੰਧ ਵਾਸਤੇ ਆਪਾਂ ਵਰਤਦੇ ਹਾਂ ਕਿਹਨੂੰ, ਹਲਦੀ ਨੂੰ, ਠੀਕ ਹੈ।
ਤਾਂ ਇਸ ਤੋਂ ਇਲਾਵਾ ਆਪਾਂ ਚਟਨੀ ਹੋ ਗਈ, ਜਾਂ ਫਿਰ ਜਿਹੜੇ ਬਿਊਟੀ ਪ੍ਰੋਡਕਟਸ ਹੁੰਦੇ ਨੇ ਰਾਜੇ, ਜਿਹੜੇ ਸੁੰਦਰਤਾ ਦੇ ਸਮਾਨ ਹੁੰਦੇ ਨੇ, ਉਹਦੇ ਵਿੱਚ ਵੀ ਵਰਤਿਆ ਜਾਂਦਾ। ਕੁਝ ਸੂਤੀ ਕੱਪੜਿਆਂ ਦੇ ਬਣਾਉਣ ਦੇ ਵਿੱਚ ਵੀ ਵਰਤੋਂ ਕੀਤੀ ਜਾਂਦੀ, ਕਿਹਦੀ, ਹਲਦੀ ਦੀ ਕੀਤੀ ਜਾਂਦੀ ਹੈ। ਤਾਂ ਇਸ ਕਰਕੇ ਰਾਜੇ ਕਹਿੰਦਾ ਜਿਹੜੀ ਇਹ ਫਸਲ ਹੈਗੀ ਆ, ਇਹਨੇ ਕਹਿੰਦਾ ਪੰਜਾਬ ਦੇ ਕਿਸਾਨਾਂ ਦਾ ਧਿਆਨ ਬਹੁਤ ਖਿੱਚਿਆ, ਕਿਉਂਕਿ ਇਹਦੇ ਵਿੱਚੋਂ ਕੀ ਹੁੰਦੀ ਹੈ, ਚੰਗੀ ਕਮਾਈ ਹੁੰਦੀ ਹੈ, ਚੋਖੀ ਕਮਾਈ ਹੁੰਦੀ ਹੈ। ਠੀਕ ਹੈ, ਤਾਂ ਇਹ ਸਾਰੀ ਕਿਹਦੇ ਅੰਡਰ ਆ ਜਾਣਗੀਆਂ ਰਾਜੇ, ਛੋਟੇ ਲੈਵਲ ਤੇ, ਲਘੂ ਉਦਯੋਗ ਦੇ ਲੈਵਲ ਤੇ ਕੀ ਆ ਜਾਊਗਾ, ਪ੍ਰੋਸੈਸਿੰਗ ਦਾ ਕੰਮ ਕਰਨ ਵਾਸਤੇ ਆ ਜਾਊਗਾ ਹਲਦੀ ਪ੍ਰੋਸੈਸਿੰਗ ਪਲਾਂਟ। ਹੁਣ ਆਹ ਵਿਧੀ ਲਿਖੀ ਹੋਈ ਹੈ ਰਾਜੇ, ਇਹ ਤਾਂ ਨਹੀਂ ਪੁੱਛੀ ਜਾਊਗੀ ਐਗਜ਼ਾਮ ਦੇ ਵਿੱਚ, ਪਰ ਤੁਸੀਂ ਇਹਨੂੰ ਇੱਕ ਵਾਰੀ ਪੜ੍ਹ ਸਕਦੇ ਹੋ ਜ਼ਰੂਰ। ਇਹਦੇ ਵਿੱਚ ਮੈਂ ਮਤਲਬ ਕਿ ਕਿਵੇਂ ਉਹਨੂੰ ਪੀਸਿਆ ਜਾਂਦਾ, ਕਿਵੇਂ ਉਹ ਤੋਂ ਪਾਊਡਰ ਬਣਾਇਆ ਜਾਂਦਾ, ਕਿਵੇਂ ਕਿਵੇਂ ਮਸ਼ੀਨ ਕੰਮ ਕਰਦੀ ਆ, ਇਹ ਤੁਹਾਡੀ ਹੈਲਪ ਵਾਸਤੇ ਮੈਂ ਲਿਖਿਆ ਹੋਇਆ। ਤੁਸੀਂ ਇਹਨੂੰ ਜ਼ਰੂਰ ਇੱਕ ਵਾਰੀ ਗੋ ਥਰੂ ਹੋ ਜਾਣਾ, ਪੜ੍ਹ ਲੈਣਾ, ਠੀਕ ਹੈ। ਲੇਕਿਨ ਪੇਪਰਾਂ ਦੇ ਵਿੱਚ ਇਹ ਨਹੀਂ ਪੁੱਛਿਆ ਜਾਊਗਾ ਕਿ ਉਹਨੂੰ ਕਿਵੇਂ ਧੋਤਾ ਜਾਊਗਾ, ਕਿਵੇਂ ਉਹ ਤੋਂ ਪੀਸਿਆ ਜਾਊਗਾ, ਕਿਉਂਕਿ ਇੰਨਾ ਹਾਈ ਲੈਵਲ ਮਤਲਬ ਕਿ ਇੰਨਾ ਡੀਪਲੀ ਨਹੀਂ ਪੁੱਛਿਆ ਜਾਂਦਾ। ਜਸਟ ਇਹ ਪੁੱਛਿਆ ਜਾ ਸਕਦਾ ਕਿ ਐਗਰੋ ਫੂਡ ਇੰਡਸਟਰੀ ਦੇ ਅੰਡਰ ਹਲਦੀ ਪ੍ਰੋਸੈਸਿੰਗ ਪਲਾਂਟ ਆਉਂਦਾ ਜਾਂ ਨਹੀਂ ਆਉਂਦਾ। ਤਾਂ ਆਉਂਦਾ ਰਾਜੇ ਸੈਕਿੰਡ ਨੰਬਰ 'ਤੇ ਕਿਹੜਾ, ਹਲਦੀ ਪ੍ਰੋਸੈਸਿੰਗ ਪਲਾਂਟ ਹੀ ਹੈਗਾ ਆਪਣਾ। ਤਾਂ ਰਾਜੇ ਆਹ ਦੇਖੋ ਇੰਗਲਿਸ਼ ਦੇ ਵਿੱਚ ਵੀ ਇਹਨੂੰ ਜ਼ਰੂਰ ਪੜ੍ਹ ਲੈਣਾ ਤੁਸੀਂ, ਠੀਕ ਹੈ, ਓਕੇ ਜੀ। ਨੈਕਸਟ ਗੱਲ ਕਰਦੇ ਹਾਂ। ਹੁਣ ਥਰਡ ਆ ਗਿਆ ਰਾਜੇ ਆਪਣੇ ਕੋਲੇ ਮੈਂਥੇ ਦਾ ਪ੍ਰੋਸੈਸਿੰਗ ਪਲਾਂਟ, ਜਿਹਨੂੰ ਮਿੰਟ ਕਹਿ ਦਿੰਦੇ ਆਪਾਂ, ਜਾਂ ਪੁਦੀਨਾ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ। ਤਾਂ ਰਾਜੇ ਇਹਦੇ ਵਿੱਚੋਂ ਆਪਾਂ ਤੇਲ ਕੱਢਣ ਵਾਸਤੇ ਕੀ ਕਰ ਸਕਦੇ ਹਾਂ, ਪਲਾਂਟ ਲਗਾ ਸਕਦੇ ਹਾਂ। ਤਾਂ ਪਲਾਂਟ ਲਗਾਉਂਦੇ ਆਪਾਂ, ਤੁਹਾਨੂੰ ਪਤਾ ਹੀ ਆ ਕਿ ਮੈਦੇ ਦੇ ਮਤਲਬ ਜਿਹੜਾ ਮੈਂਥਾ ਹੁੰਦਾ, ਮੈਂਥੇ ਦੇ ਵਿੱਚ ਕੀ ਹੁੰਦੀ ਹੈ, ਨਮੀ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਆਪਾਂ ਉਹਨੂੰ ਧੁੱਪੇ ਸੁਕਾ ਸਕਦੇ ਹਾਂ, ਸੂਰਜੀ ਊਰਜਾ ਦੇ ਵਿੱਚ ਸੁਕਾ ਕੇ ਉਹਦੇ ਵਿੱਚ ਕੀ ਕਰ ਦਿੰਦੇ ਹਾਂ ਆਪਾਂ, ਨਮੀ ਖਤਮ ਕਰ ਦਿੰਦੇ ਹਾਂ। ਤਾਂ ਕੁਝ % ਨਮੀ ਬਾਕੀ ਬਚ ਜਾਂਦੀ ਹੈ। ਤਾਂ ਉਹਨੂੰ ਕੀ ਕਰ ਲੈਂਦੇ ਆਪਾਂ, ਉਹਨੂੰ ਕੀ ਕਰਦੇ ਹਾਂ, ਉਹ ਤੋਂ ਆਪਾਂ ਤੇਲ ਕੱਢਣ ਦੀ ਵਿਧੀ ਮਤਲਬ ਕਿ ਲਗਾ ਕੇ ਉਹ ਤੋਂ ਤੇਲ ਕੱਢਦੇ ਆਪਾਂ। ਉਹ ਵਿਧੀ ਲਗਾਉਂਦੇ ਕਿਵੇਂ ਆ ਰਾਜੇ, ਉਹ ਸਾਰੀ ਮੈਂ ਲਿਖੀ ਹੋਈ ਹੈ ਇੱਥੇ। ਤਾਂ ਤੁਸੀਂ ਇਹਨੂੰ ਪੜ੍ਹ ਲਿਓ ਜ਼ਰੂਰ ਇੱਕ ਵਾਰੀ, ਬਸ ਜਸਟ ਤੁਸੀਂ ਯਾਦ ਕੀ ਰੱਖਣਾ, ਜਿਹੜਾ ਮੈਂਥਾ ਪਲਾਂਟ ਹੈਗਾ ਉਹ ਵੀ ਕਿਹਦੇ ਅੰਡਰ ਆਉਂਦਾ ਹੈ, ਐਗਰੋ ਬੇਸਡ ਇੰਡਸਟਰੀ ਦੇ ਅੰਡਰ ਆਉਂਦਾ ਹੈ। ਤਾਂ ਠੀਕ ਹੈ, ਬਿਲਕੁਲ ਬੇਸਿਕ ਲੈਵਲ ਦਾ ਟੌਪਿਕ ਹੈਗਾ, ਤੇ ਬੇਸਿਕ ਕੁਐਸਚਨ ਪੁੱਛੇ ਜਾਣਗੇ ਤੁਹਾਨੂੰ। ਮੈਂ ਜਿਵੇਂ ਪਿੱਛੇ ਕੁਐਸਚਨ ਕਰਵਾਏ ਆ ਵੀ ਕਿੰਨੇ ਕੈਟਾਗਰੀ ਦੇ ਵਿੱਚ ਆਉਂਦੀ ਹੈ, ਫੂਡ ਪ੍ਰੋਸੈਸਿੰਗ ਤੇ ਨੋਨ ਫੂਡ ਦੇ ਵਿੱਚ ਆਉਂਦੀ ਹੈ, ਜਾਂ ਫਿਰ ਕਹਿੰਦਾ ਪ੍ਰੋਡਕਟ ਨੂੰ ਤਿਆਰ ਕਰਦੇ ਉਹਨੂੰ ਕੀ ਕਹਿ ਦਿੰਦੇ ਆ, ਮੈਨੂਫੈਕਚਰਿੰਗ ਕਹਿ ਦਿੰਦੇ ਆ। ਬਾਕੀ ਹੋਰ ਆਪਾਂ ਜਿਹੜੇ ਕੁਐਸਚਨ ਹੈਗੇ ਡਾਇਰੈਕਟ ਕਵਰ ਕਰਾਂਗੇ ਇੱਥੋਂ, ਠੀਕ ਹੈ ਜੀ। ਹੁਣ ਨੈਕਸਟ ਆ ਗਿਆ ਰਾਜੇ, ਤਾਂ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ, ਗੁੜ ਸ਼ੱਕਰ ਬਣਾਉਣ ਦੀ ਵਿਧੀ, ਜਿਹਨੂੰ ਆਪਾਂ ਘਲਾੜੀ ਕਹਿ ਦਿੰਦੇ ਆ, ਵੇਲਣਾ ਵੀ ਕਹਿ ਦਿੰਦੇ ਆ। ਤਾਂ ਆਹ ਦੇਖੋ ਪੰਜਾਬ ਦੇ ਵਿੱਚ ਘਲਾੜੀਆਂ ਤੁਹਾਨੂੰ ਅੱਜ ਕੱਲ੍ਹ ਸੀਜ਼ਨ ਦੇ ਵਿੱਚ ਆਮ ਦੇਖਣ ਨੂੰ ਮਿਲ ਜਾਣਗੀਆਂ। ਤਾਂ ਇਹਦੇ ਵਿੱਚ ਕੀ ਕਰਦੇ ਆ ਰਾਜੇ, ਆਪਾਂ ਗੰਨੇ ਨੂੰ ਕੀ ਕਰਦੇ ਆ, ਪੀਸ ਕੇ ਪੀੜ ਦਿੰਦੇ ਆ, ਜਿਹਨੂੰ ਪੀੜਨਾ ਕਹਿੰਦੇ ਆ ਪੰਜਾਬੀ ਦੇ ਵਿੱਚ। ਪੀੜ ਕੇ ਉਹਦਾ ਰਸ ਕੱਢਿਆ ਜਾਂਦਾ, ਤਾਂ ਰਸ ਨੂੰ ਭੱਠੀ ਦੇ ਵਿੱਚ ਉਬਾਲਿਆ ਜਾਂਦਾ, ਤਾਂ ਜੋ ਉਹਦੇ ਵਿੱਚ ਪਾਣੀ ਕੀ ਹੋ ਜਾਵੇ, ਸੁੱਕ ਸਕੇ, ਪਾਣੀ ਭਾਪ ਬਣ ਕੇ ਉੱਡ ਜਾਂਦਾ। ਜਿਹੜਾ ਬਚ ਜਾਂਦਾ ਰਾਜੇ, ਉਹਦੇ ਵਿੱਚੋਂ ਕੀ ਕਰ ਸਕਦੇ ਆਪਾਂ, ਗੁੜ ਸ਼ੱਕਰ ਆਦਿ ਬਣਾ ਲੈਂਦੇ ਆ, ਠੀਕ ਹੈ। ਤਾਂ ਇਹ ਸਾਰੀ ਵਿਧੀ ਲਿਖੀ ਹੋਈ ਆ, ਤੁਸੀਂ ਇਹਨੂੰ ਪੜ੍ਹ ਲਿਓ। ਤੇ ਇਹਦੇ ਵਿੱਚ ਕਹਿੰਦਾ ਵੀ ਲਗਭਗ 10-12 ਕਿਲੋ ਗੁੜ ਤਿਆਰ ਹੋ ਜਾਂਦਾ 1 ਕੁਇੰਟਲ ਗੰਨੇ ਦੇ ਵਿੱਚੋਂ, ਠੀਕ ਹੈ ਜੀ। ਤਾਂ ਇੱਥੋਂ ਆਪਾਂ ਤਿਆਰ ਕਰਦੇ ਹਾਂ ਗੰਨੇ ਤੋਂ ਆਪਾਂ ਕੀ ਤਿਆਰ ਕਰਦੇ ਹਾਂ, ਗੁੜ ਤੇ ਸ਼ੱਕਰ, ਠੀਕ ਹੈ ਜੀ। ਇਹਨੂੰ ਜ਼ਰੂਰ ਪੜ੍ਹ ਲੈਣਾ ਰਾਜੇ, ਇੰਗਲਿਸ਼ ਦੇ ਵਿੱਚ ਮੈਂ ਲਿਖਿਆ ਹੋਇਆ ਤੁਹਾਡੀ ਹੈਲਪ ਦੇ ਵਾਸਤੇ, ਇਹਨੂੰ ਜ਼ਰੂਰ ਪੜ੍ਹਿਓ। ਨੈਕਸਟ ਹੈਗਾ ਤੁਹਾਡਾ ਰਾਜੇ, ਸਬਜ਼ੀਆਂ ਨੂੰ ਸੁਕਾ ਕੇ ਪੈਕ ਕਰਨਾ। ਤਾਂ ਸਬਜ਼ੀਆਂ ਨੂੰ ਸੁਕਾ ਕੇ ਪੈਕ ਕਿਉਂ ਕਰਦੇ ਹਾਂ ਆਪਾਂ, ਤਾਂ ਜੋ ਉਹਨਾਂ ਨੂੰ ਆਪਾਂ ਲੰਮੇ ਟਾਈਮ ਤੇ ਆਪਾਂ ਵਰਤ ਸਕੀਏ, ਸਟੋਰ ਕਰਕੇ ਰੱਖ ਸਕੀਏ। ਕਹਿੰਦਾ ਜਿਵੇਂ ਕੁਝ ਹੋਰ ਖੇਤੀ ਕਹਿੰਦਾ ਵਸਤਾਂ, ਜਿਵੇਂ ਕਿ ਕਹਿੰਦਾ ਮੇਥੀ ਹੋ ਗਈ, ਮੇਥੇ ਹੋ ਗਏ, ਧਨੀਆ ਹੋ ਗਿਆ, ਮਿਰਚਾਂ ਹੋ ਗਈਆਂ, ਲਸਣ ਹੋ ਗਏ, ਜਿਹੜੇ ਕਿ ਦਵਾਈਆਂ ਦੇ ਵਿੱਚ ਵੀ ਵਰਤੇ ਜਾਂਦੇ ਆ ਤੇ ਖਾਣ ਵਾਸਤੇ ਵੀ ਵਰਤੇ ਜਾਂਦੇ। ਆਪਾਂ ਉਹਨਾਂ ਨੂੰ ਕੀ ਕਰ ਦਿੰਦੇ ਆ, ਧੁੱਪ 'ਚ ਸੁਕਾ ਕੇ ਪਾਊਡਰ ਬਣਾ ਲੈਂਦੇ ਆ। ਤਾਂ ਪਾਊਡਰ ਬਣਾ ਕੇ ਆਪਾਂ ਨੂੰ ਪੈਕਟ ਦੇ ਵਿੱਚ ਤਿਆਰ ਕਰਕੇ ਵੇਚਿਆ ਜਾ ਸਕਦਾ ਹੈ। ਤਾਂ ਇਹਨਾਂ ਨੂੰ ਸੁਕਾਉਣ ਵਾਸਤੇ ਰਾਜੇ ਕੋਈ ਮਸ਼ੀਨ ਦੀ ਜ਼ਰੂਰਤ ਨਹੀਂ ਹੁੰਦੀ, ਇਹਨੂੰ ਆਪਾਂ ਸੋਲਰ ਡਰਾਇਰ ਕਹਿ ਦਿੰਦੇ ਹਾਂ। ਕਿ ਸੂਰਜੀ ਜਿਹੜੀ ਮਤਲਬ ਕਿ ਧੁੱਪ ਹੁੰਦੀ ਆ, ਸੂਰਜ ਦੀ ਧੁੱਪ ਹੁੰਦੀ ਹੈ, ਨੈਚੁਰਲ ਵੇ ਦੇ ਨਾਲ ਆਪਾਂ ਕੀ ਕਰ ਸਕਦੇ ਇਹਨੂੰ ਸੁਕਾ ਸਕਦੇ ਹਾਂ, ਠੀਕ ਹੈ ਜੀ। ਤਾਂ ਇਹਨੇ ਵੀ ਕਾਫੀ ਕਾਮਯਾਬੀ ਦਿੱਤੀ ਹੈ ਕਿਹਨੂੰ, ਆਪਣੇ ਕਿਸਾਨਾਂ ਨੂੰ, ਠੀਕ ਹੈ। ਤਾਂ ਨੈਕਸਟ ਗੱਲ ਕਰਦੇ ਹਾਂ, ਨੈਕਸਟ ਵਨ ਕੀ ਆ ਰਾਜੇ, ਆ ਡਰਾਇੰਗ ਆਫ ਪੈਕੇਜਿੰਗ ਆਫ ਵੈਜੀਟੇਬਲਸ, ਮੈਂ ਤੁਹਾਨੂੰ ਕਰਵਾਤਾ, ਹੁਣੇ ਕਰਵਾ ਕੇ ਹਟਿਆ। ਤਾਂ ਨੈਕਸਟ ਲਾਸਟ ਕੈਟਾਗਰੀ ਆ ਗਈ ਤੁਹਾਡਾ ਫਲ ਸਬਜ਼ੀਆਂ ਲਈ ਡੀਹਾਈਡਰੇਸ਼ਨ ਅਤੇ ਫਰੀਜ਼ਿੰਗ ਕਰਨਾ। ਫਿਲਹਾਲ ਜਿਹੜੀ ਆਹ ਚੀਜ਼ ਹੈਗੀ ਆ ਰਾਜੇ, ਇਹ ਹਾਈ ਲੈਵਲ 'ਤੇ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਜਿਹੜੀਆਂ ਮਸ਼ੀਨਾਂ ਆਉਂਦੀਆਂ ਨੇ ਰਾਜੇ 25 ਤੋਂ 30 ਲੱਖ ਦੇ ਵਿਚਕਾਰ ਆਉਂਦੀਆਂ ਨੇ, ਤਾਂ ਮਹਿੰਗੀਆਂ ਹੁੰਦੀਆਂ ਨੇ। ਇਹਦੇ ਵਿੱਚ ਇਕੱਲਾ ਕਿਸਾਨ ਇਨਵੈਸਟ ਨਹੀਂ ਕਰਦਾ, ਇਹਦੇ ਵਿੱਚ ਕੀ ਕਰਦੀਆਂ ਨੇ, ਸੁਸਾਇਟੀਜ਼ ਹੋ ਗਈਆਂ, ਕੋਆਪਰੇਟਿਵ ਸੁਸਾਇਟੀਜ਼ ਹੋ ਗਈਆਂ, ਜਿਹਦੇ ਵਿੱਚ ਕੀ ਹੁੰਦਾ, ਕਿਸਾਨਾਂ ਦਾ ਗਰੁੱਪ ਹੁੰਦਾ, 10 ਘਰ ਇਕੱਠੇ ਮਿਲ ਕੇ ਇੰਡਸਟਰੀ ਲਗਾ ਸਕਦੇ ਆ। ਤਾਂ ਇਹਦੇ ਵਿੱਚ ਕੀ ਕਰਦੇ ਆ ਰਾਜੇ, ਮੰਨ ਲਓ ਵੱਡੀਆਂ ਵੱਡੀਆਂ ਫਰੀਜ਼ਰ ਹੋ ਗਈਆਂ, ਫਰੀਜ਼ਰ ਦੇ ਵਿੱਚ ਲਗਾਇਆ ਜਾਂਦਾ, ਜਾਂ ਫਿਰ ਉਹਦੀ ਡੀਹਾਈਡਰੇਸ਼ਨ ਕੀਤੀ ਜਾਂਦੀ ਹੈ। ਤਾਂ ਉਹਦੇ ਵਾਸਤੇ ਵੱਖਰੇ ਵੱਖਰੇ ਪਲਾਂਟ ਲੱਗਦੇ ਆ ਰਾਜੇ। ਤਾਂ ਪਲਾਂਟ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਉਹਨਾਂ ਨੂੰ ਸਟੋਰ ਕਰ ਸਕਦੇ ਹਾਂ ਲੰਮੇ ਸਮੇਂ ਤੱਕ, ਠੀਕ ਹੈ। ਤਾਂ ਇਹਨੂੰ ਆਪਾਂ ਇੱਕ ਵਾਰੀ ਪੜ੍ਹ ਲੈਂਦੇ ਹਾਂ, ਵੈਸੇ ਤੁਸੀਂ ਜ਼ਰੂਰ ਪੜ੍ਹਿਓ ਇਹਨੂੰ। ਕਹਿੰਦਾ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਲਈ ਡੀਹਾਈਡਰੇਸ਼ਨ ਪਲਾਂਟ ਅਤੇ ਫਰੀਜ਼ਿੰਗ ਪਲਾਂਟ ਆਦਿ ਦੀ ਲਗਾਏ ਜਾਂਦੇ ਨੇ। ਪਰ ਕਹਿੰਦਾ ਇਹਨਾਂ ਨੂੰ ਲਗਾਉਣ ਵਾਸਤੇ ਭਾਰੀ ਸਰਮਾਇਆ ਹੁੰਦਾ ਕਿ ਵੱਧ ਰਕਮ ਦੀ ਲੋੜ ਪੈਂਦੀ, ਜਿਵੇਂ 30 ਲੱਖ ਤੋਂ ਵੀ ਜ਼ਿਆਦਾ। ਤਾਂ ਕਹਿੰਦਾ ਇਹਦੇ ਵਿੱਚ ਮਸ਼ੀਨਾਂ ਕਿਹੜੀਆਂ ਲੱਗਦੀਆਂ, ਜਿਵੇਂ ਕਿ ਇਹਦਾ ਬਲਾਂਚਰ ਹੋ ਗਿਆ, ਫਲ ਸਬਜ਼ੀਆਂ ਧੋਣ ਵਾਲੀਆਂ ਮਸ਼ੀਨਾਂ ਹੋ ਗਈਆਂ, ਡੀਹਾਈਡਰੇਸ਼ਨ ਹੋ ਗਈਆਂ, ਸਲਾਈਸਰ ਹੋ ਗਏ, ਪ੍ਰੀ ਕੂਲਰ ਹੋ ਗਏ, ਫਰੀਜ਼ਿੰਗ ਯੂਨਿਟ ਹੋ ਗਏ। ਤਾਂ ਇਹ ਮਸ਼ੀਨਾਂ ਲਗਾਈਆਂ ਜਾਂਦੀਆਂ।
ਤਾਂ ਇਹਨਾਂ ਨੂੰ ਚਲਾਉਣ ਵਾਸਤੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਅਤੇ ਇਹਦੇ ਵਾਸਤੇ ਵੀ ਕੀ ਮਿਲਦੀ ਹੈ ਆਪਾਂ ਨੂੰ, ਟ੍ਰੇਨਿੰਗ ਮਿਲਦੀ ਹੈ, ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਟ੍ਰੇਨਿੰਗ ਦਿੰਦੀ ਹੈ, ਠੀਕ ਹੈ, ਉੱਥੋਂ ਸਬਸਿਡੀ ਵਗੈਰਾ ਵੀ ਮਿਲਦੀ ਹੈ। ਤਾਂ ਇਹ ਅਗਰ ਮੰਨ ਲਓ ਆਪਾਂ ਮਿਲ ਕੇ ਲਗਾਈਏ ਤਾਂ ਕਹਿੰਦਾ ਪਲਾਂਟ ਕਈ ਪਿੰਡਾਂ ਦੀ ਲੋੜ ਨੂੰ ਕੀ ਕਰ ਸਕਦਾ, ਪੂਰਾ ਕਰ ਸਕਦਾ ਹੈ। ਤਾਂ ਰਾਈਟ ਹੈ। ਤਾਂ ਜੇ ਆਪਾਂ ਮੰਨ ਲਓ ਇਹਦੇ ਵਿੱਚ ਇਕੱਠੇ ਮਿਲ ਕੇ ਕੰਮ ਕਰੀਏ ਤਾਂ ਆਪਾਂ ਨੂੰ ਚੰਗਾ ਮੁਨਾਫਾ ਵੀ ਹੋ ਸਕਦਾ ਹੈ। ਤਾਂ ਆਪਾਂ ਇਹ ਇਕੱਲੇ ਲੈਵਲ 'ਤੇ ਪਲਾਂਟ ਲਗਾਉਣ ਦੀ ਬਜਾਏ ਆਪਾਂ ਕੀ ਕਰ ਸਕਦੇ ਹਾਂ, ਗਰੁੱਪ ਦੇ ਵਿੱਚ ਇਹਨੂੰ ਪਲਾਂਟ ਨੂੰ ਲਗਾ ਸਕਦੇ ਹਾਂ। ਓਕੇ ਜੀ। ਤਾਂ ਇਹ ਸਾਰਾ ਕੁਝ ਤੁਸੀਂ ਪੜ੍ਹ ਲੈਣਾ ਰਾਜੇ। ਇਹ ਸਾਰਾ ਕੁਛ ਹੀ ਕੀ ਹੈ, ਇੱਕ ਤੁਹਾਡੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਹੈ, ਠੀਕ ਹੈ। ਤਾਂ ਇਹਦੇ ਵਿੱਚ ਤੁਹਾਨੂੰ ਮੈਂ ਦੱਸਤਾ ਕਰਦੇ ਕੀ ਆ, ਕਿਵੇਂ ਲਗਾਇਆ ਜਾਂਦਾ, ਠੀਕ ਹੈ। ਨੈਕਸਟ ਦੇਖਦੇ ਹਾਂ ਆਪਾਂ, ਇਹ ਹੋ ਗਿਆ ਪਤਾ ਡੀਹਾਈਡਰੇਸ਼ਨ ਅਤੇ ਫਰੀਜ਼ਿੰਗ ਵਾਲਾ ਹੋ ਗਿਆ। ਹੁਣ ਲਾਸਟ ਦੇ ਵਿੱਚ ਕੀ ਆ ਰਾਜੇ, ਇਹ ਟੌਪਿਕ ਦੇ ਵਿੱਚੋਂ ਕੁਐਸਚਨ ਕਿਵੇਂ ਪੁੱਛੇ ਜਾਂਦੇ ਆ, ਇੱਕ ਦੋ ਤੁਹਾਨੂੰ ਮੈਂ ਦੱਸਤੇ, ਬਾਕੀ ਦੋਵਾਂ ਦਾ ਜਵਾਬ ਤੁਸੀਂ ਆਪਣੇ ਆਪ ਦੇ ਕੇ ਕਰਕੇ ਜਾਣਾ, ਮੈਨੂੰ ਆਨਸਰ ਕਰਨਾ, ਚਾਹੇ ਤੁਸੀਂ ਕਮੈਂਟ ਕਰ ਦਿਓ, ਚਾਹੇ ਤੁਸੀਂ ਮੈਨੂੰ ਕੀ ਕਰ ਦਿਓ, ਪਰਸਨਲ ਮੈਸੇਜ ਕਰ ਦਿਓ। ਕਹਿੰਦਾ ਵਿੱਚ ਇਜ਼ ਨਾਟ ਏ ਐਗਰੋ ਬੇਸਡ ਇੰਡਸਟਰੀ, ਇਹਨਾਂ ਵਿੱਚੋਂ ਕਿਹੜੀ ਐਗਰੋ ਬੇਸਡ ਇੰਡਸਟਰੀ ਨਹੀਂ ਹੈਗੀ ਗੀ, ਤਾਂ ਤੁਸੀਂ ਮੈਨੂੰ ਦੱਸਣਾ ਹੈ। ਤਾਂ ਬਹੁਤ ਸੌਖਾ ਕੁਐਸਚਨ ਹੈ, ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਕਿਹੜਾ ਨਹੀਂ ਹੈਗਾ। ਇੱਕ ਕੁਐਸਚਨ ਮੈਂ ਤੁਹਾਨੂੰ ਹੋਰ ਪੁੱਛਿਆ, ਕਹਿੰਦਾ ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਸੈਕਿੰਡ ਲਾਰਜੈਸਟ ਐਗਰੋ ਬੇਸਡ ਇੰਡਸਟਰੀ। ਤਾਂ ਸੈਕਿੰਡ ਲਾਰਜੈਸਟ ਹੁਣ ਮੈਂ ਦੱਸ ਕੇ ਹਟਿਆ, ਤੁਸੀਂ ਫਸਟ ਵੀ ਦੱਸਣੀ ਹੈ ਅਤੇ ਸੈਕਿੰਡ ਵੀ ਦੱਸਣੀ ਹੈ। ਮੈਂ ਸੈਕਿੰਡ 'ਤੇ ਜ਼ੋਰ ਤਾਂ ਦਿੱਤਾ ਕਿ ਅੱਜ ਕੱਲ੍ਹ ਐਗਜ਼ਾਮ ਦੇ ਵਿੱਚ ਫਸਟ ਦੇ ਨਾਲੋਂ ਕੀ ਪੁੱਛਿਆ ਜਾਂਦਾ, ਸੈਕਿੰਡ, ਕਿਉਂਕਿ ਬੱਚੇ ਕੀ ਕਰਦੇ ਆ, ਫਸਟ ਵਾਲਾ ਕਰ ਜਾਂਦੇ ਆ, ਸੈਕਿੰਡ ਵਾਲਾ ਮੋਸਟਲੀ ਪੁੱਛਿਆ ਜਾਂਦਾ, ਕਿਉਂਕਿ ਲੈਵਲ ਅੱਜ ਕੱਲ੍ਹ ਜ਼ਿਆਦਾ ਅਪ ਹੋ ਗਿਆ। ਐਗਜ਼ਾਮੀਨਰ ਨੂੰ ਵੀ ਪਤਾ, ਐਗਜ਼ਾਮੀਨਰ ਵੀ ਚਲਾਕ ਹੋ ਗਿਆ, ਉਹਨੂੰ ਪਤਾ ਕਿ ਬੱਚੇ ਫਸਟ ਪੜ੍ਹ ਕੇ ਜਾਂਦੇ ਆ, ਫਸਟ ਇਨ ਵਰਡ, ਫਸਟ ਬੰਦਾ ਕਿਹੜਾ ਸੀ ਜਿਹੜਾ ਚੰਦਰਮਾ 'ਤੇ ਗਿਆ ਸੀ, ਫਲਾਨਾ ਫਲਾਨਾ ਫਲਾਨਾ। ਤਾਂ ਫਸਟ ਦੇ ਨਾਲੋਂ ਅੱਜ ਕੱਲ੍ਹ ਸੈਕਿੰਡ ਜ਼ਿਆਦਾ ਪੁੱਛੇ ਜਾਂਦੇ ਆ। ਤਾਂ ਤੁਸੀਂ ਇਹਦਾ ਵੀ ਆਨਸਰ ਜ਼ਰੂਰ ਕਰਨਾ। ਆਈ ਹੋਪ ਤੁਹਾਨੂੰ ਅੱਜ ਦਾ ਟੌਪਿਕ ਸਮਝ ਆ ਗਿਆ ਹੋਊਗਾ ਰਾਜੇ। ਬਹੁਤ ਸੌਖਾ ਟੌਪਿਕ ਸੀਗਾ, ਬਿਲਕੁਲ ਬੇਸਿਕ ਸੀਗਾ, ਅਤੇ ਬੇਸਿਕ ਦੇ ਵਿੱਚੋਂ ਹੀ ਪੁੱਛਿਆ ਜਾਂਦਾ। ਬਾਕੀ ਇਹਦੇ ਵਿੱਚ ਜਿਹੜੇ ਇੰਪੋਰਟੈਂਟ ਚੀਜ਼ਾਂ ਸੀ ਤੁਹਾਨੂੰ ਮੈਂ ਹਾਈਲਾਈਟ ਕੀਤੀਆਂ ਹੋਈਆਂ, ਵੀ ਕਿੰਨੇ ਤਰ੍ਹਾਂ ਦੀ ਇੰਡਸਟਰੀਜ਼ ਹੁੰਦੀਆਂ ਨੇ, ਕਿੰਨੇ ਯੂਨਿਟ ਹੁੰਦੇ ਨੇ ਉਹਦੇ, ਅਤੇ ਕਿਵੇਂ ਕਿਵੇਂ ਪੁੱਛਿਆ ਜਾਂਦਾ ਹੈ। ਰਾਈਟ ਹੈ। ਚਲੋ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਵਾਸਤੇ ਧੰਨਵਾਦ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।